हेलो एवरीवन। सो इस वीडियो ਦੇ ਅੰਦਰ ਆਪਾਂ ਕਵਰ ਕਰਾਂਗੇ ਆਪਣੀ NMR ਸਪੈਕਟ੍ਰੋਸਕੋਪੀ। NMR ਦੀ ਫੁੱਲ ਫਾਰਮ ਹੁੰਦੀ ਹੈ ਨਿਊਕਲੀਅਰ ਮੈਗਨੈਟਿਕ ਰੈਜ਼ੋਨੈਂਸ ਸਪੈਕਟ੍ਰੋਸਕੋਪੀ। ਠੀਕ ਹੈ, ਇਹ ਵਾਲੀ ਸਪੈਕਟ੍ਰੋਸਕੋਪੀ ਨੂੰ ਆਪਾਂ ਟੂ ਪਾਰਟਸ ਦੇ ਅੰਦਰ ਸਟੱਡੀ ਕਰਾਂਗੇ। ਤੇ ਪਹਿਲੇ ਪਾਰਟ ਦੇ ਅੰਦਰ ਆਪਾਂ ਠੀਕ ਹੈ NMR ਦਾ ਪ੍ਰਿੰਸੀਪਲ ਦੇਖਾਂਗੇ ਤੇ ਉਹਨਾਂ એનર્ਜੀ ਗੈਪ, ਠੀਕ ਹੈ, ਤੇ ਨੰਬਰ ਆਫ ਸਿਗਨਲਸ ਦੀ ਕੈਲਕੂਲੇਸ਼ਨ। ਠੀਕ ਹੈ, ਪਹਿਲੇ ਜਿਹੜੇ ਤਿੰਨ ਟੌਪਿਕਸ ਨੇ ਆਪਣੇ ਬੇਸਿਕ ਟੌਪਿਕਸ ਨੇਗੇ, ਇਹਨਾਂ ਤੋਂ ਜਨਰਲੀ ਘੱਟ ਕੁਐਸਚਨਸ ਆਉਂਦੇ ਨੇ। ਬਟ ਜਿਹੜੇ ਨੈਕਸਟ 3 ਟੌਪਿਕਸ ਨੇਗੇ ਤੇ ਕਪਲਿੰਗ ਕਨਸਟੈਂਟ ਤੇ ਮੋਸਟ ਇੰਪੋਰਟੈਂਟ ਟੌਪਿਕ ਹੈ ਸਪਲਿਟਿੰਗ ਆਫ ਸਿਗਨਲਸ ਤੇ 13C NMR, ਇਹਨਾਂ ਤੋਂ ਜਨਰਲੀ ਜ਼ਿਆਦਾ ਕੁਐਸਚਨਸ ਆਉਂਦੇ ਨੇ। ਤਾਂ ਆਪਾਂ ਨੇ ਪਾਰਟ 2 ਸਟੱਡੀ ਕਰਨ ਤੋਂ ਪਹਿਲਾਂ ਪਾਰਟ 1 ਚੰਗੀ ਤਰ੍ਹਾਂ ਕਰਨਾ ਪਏਗਾ। ਠੀਕ ਹੈ, ਜਿਸ ਦੇ ਅੰਦਰ ਆਪਾਂ ਪੜਾਂਗੇ NMR ਕਿਹੜਾ ਐਕਟਿਵ ਨਿਊਕਲੀਆਈ ਹੈ, ਕਿਹੜਾ ਇਨਐਕਟਿਵ ਨਿਊਕਲੀਆਈ ਹੈ। ਠੀਕ ਹੈ, એનર્ਜੀ ਗੈਪ ਜਿਸ ਤਰ੍ਹਾਂ ਆਪਾਂ ਬਾਕੀ ਸਾਰੀਆਂ ਸਪੈਕਟ੍ਰੋਸਕੋਪੀਜ਼ ਦੇ ਅੰਦਰ ਪੜਿਆ ਸੀ, ਤੇ ਉਸ ਤੋਂ ਬਾਅਦ ਨੰਬਰ ਆਫ ਸਿਗਨਲਸ ਨੂੰ ਆਪਾਂ ਕਿਸ ਤਰ੍ਹਾਂ ਫਾਈਂਡ ਆਊਟ ਕਰ ਦਿਆਂਗੇ, ਡਾਇਸਟਰੀਓਟ੍ਰੋਪਿਕ ਸਿਗਨਲਸ ਕੀ ਹੁੰਦੇ ਨੇ, ਉਹ ਸਾਰਾ ਆਪਾਂ ਕਨਸੈਪਟ ਡਿਸਕਸ ਕਰਾਂਗੇ। ਹੁਣ NMR ਦੇ ਅੰਦਰ ਨਿਊਕਲੀਅਰ ਵਰਡ ਦਾ ਕੀ ਮਤਲਬ ਹੈ, ਸਮਥਿੰਗ ਰਿਲੇਟਡ ਟੂ ਨਿਊਕਲੀਅਸ। ਠੀਕ ਹੈ, ਮੈਗਨੈਟਿਕ ਮਤਲਬ ਉਰੇ ਆਪਾਂ ਕੀ ਯੂਜ਼ ਕਰਾਂਗੇ, ਮੈਗਨੈਟਿਕ ਫੀਲਡ। ਤੇ ਰੈਜ਼ੋਨੈਂਸ ਦਾ ਕੀ ਮਤਲਬ ਹੋ ਜਾਏਗਾ ਆਪਣੇ ਕੋਲ, ਕੰਡੀਸ਼ਨ ਆਫ ਟ੍ਰਾਂਜੀਸ਼ਨ। ਮਤਲਬ ਜਦੋਂ ਇੱਕ ਲੈਵਲ ਤੋਂ ਗਰਾਊਂਡ ਲੈਵਲ ਤੋਂ ਐਕਸਾਈਟਡ ਲੈਵਲ 'ਚ ਕੋਈ ਨਿਊਕਲੀਆਈ ਜਾਏਗਾ, ਉਸ ਨੂੰ ਆਪਾਂ ਬੋਲਦੇ ਕੰਡੀਸ਼ਨ ਆਫ ਰੈਜ਼ੋਨੈਂਸ ਜਾਂ ਕੰਡੀਸ਼ਨ ਆਫ ਟ੍ਰਾਂਜੀਸ਼ਨ। ਤਾਂ ਆਪਣੇ ਕੋਲ ਤਿੰਨ ਵਰਡਸ ਨੇਗੇ, ਨਿਊਕਲੀਅਰ ਡੈਟ ਇਜ਼ ਸਮਥਿੰਗ ਰਿਲੇਟਡ ਟੂ ਨਿਊਕਲੀਅਸ। ਠੀਕ ਹੈ, ਮੈਗਨੈਟਿਕ ਮਤਲਬ ਆਪਾਂ ਮੈਗਨੈਟਿਕ ਫੀਲਡ ਲਗਾਵਾਂਗੇ। ਰੈਜ਼ੋਨੈਂਸ ਮੀਨਸ ਕੰਡੀਸ਼ਨ ਆਫ ਟ੍ਰਾਂਜੀਸ਼ਨ, ਜਿਸ ਦੇ ਅਕੋਰਡਿੰਗ ਆਪਣਾ ਕੋਈ ਵੀ ਪਾਰਟੀਕਲ ਹੈ ਜਾਂ ਕੋਈ ਵੀ ਨਿਊਕਲੀਆਈ ਹੈ ਗਰਾਊਂਡ ਸਟੇਟ ਤੋਂ ਐਕਸਾਈਟਡ ਸਟੇਟ ਦੇ ਅੰਦਰ ਜਾਏਗਾ। ਹੁਣ ਨਿਊਕਲੀਅਸ ਦਾ, ਠੀਕ ਹੈ, ਨਿਊਕਲੀਅਸ ਦਾ ਹਰ ਇੱਕ ਨਿਊਕਲੀਅਸ ਦਾ ਇੱਕ ਨਿਊਕਲੀਅਸ ਸਪਿਨ ਕੁਆਂਟਮ ਨੰਬਰ ਹੁੰਦਾ ਹੈ, ਜਿਸ ਨੂੰ ਆਪਾਂ ਡਿਟੇਲ 'ਚ ਪੜ੍ਹ ਰੱਖਿਆ, ਜਿਸ ਨੂੰ ਆਪਾਂ ਬੋਲਦੇ ਹਾਂ I। ਹੁਣ I ਦੇ ਬੇਸਿਸ ਤੇ ਹੀ ਆਪਾਂ ਡਿਸਾਈਡ ਕਰਾਂਗੇ ਕੋਈ ਮੋਲੀਕੂਲ ਆਈਆਰ ਐਕਟਿਵ ਹੋਏਗਾ ਜਾਂ ਇਨਐਕਟਿਵ ਹੋਏਗਾ। ਠੀਕ ਹੈ, ਹੁਣ ਆਪਾਂ ਦੇਖਦੇ ਹਾਂ ਪਹਿਲਾਂ ਸਿਲੈਕਸ਼ਨ ਰੂਲ। ਠੀਕ ਹੈ, ਸਿਲੈਕਸ਼ਨ ਰੂਲ ਕੀ ਹੈ, ਕਿਸੇ ਵੀ ਮੋਲੀਕੂਲ ਦੇ NMR ਐਕਟਿਵ ਹੋਣ ਲਈ ਉਸਦਾ I not equal to 0 ਹੁੰਦਾ ਹੈ। ਠੀਕ ਹੈ, ਜੇ I not equal to 0 ਹੈ ਤਾਂ ਇਸ ਦਾ ਮੀਨਿੰਗ ਉਹ NMR ਕੀ ਹੈ, ਐਕਟਿਵ ਹੈ। ਹੁਣ ਆਪਾਂ ਨੂੰ ਕਿਵੇਂ ਪਤਾ ਚੱਲੇਗਾ ਕਿ I 0 ਹੈ ਜਾਂ ਨਹੀਂ ਹੈ। ਠੀਕ ਹੈ, ਦੇਖੋ ਜੇ ਕਿਸੇ ਵੀ ਸਬਸਟੈਂਸ ਦਾ ਐਟੋਮਿਕ ਨੰਬਰ ਤੇ ਮਾਸ ਨੰਬਰ ਦੋਹੇ ਈਵਨ ਨੇਗੇ, ਜਿਸ ਤਰ੍ਹਾਂ ਐਟੋਮਿਕ ਨੰਬਰ 6 ਮਾਸ ਨੰਬਰ 12, ਐਟੋਮਿਕ ਨੰਬਰ 8 ਮਾਸ ਨੰਬਰ 16, ਦੋਹੇ ਈਵਨ ਨੇ, ਜਨਰਲੀ ਉਹਨਾਂ ਦਾ I ਦਾ ਵੈਲਿਊ ਕਿੰਨਾ ਹੁੰਦਾ, 0। ਜੇ I ਦਾ ਵੈਲਿਊ 0 ਹੋ ਗਿਆ ਤਾਂ ਇਹ ਕੀ ਹੋ ਜਾਣਗੇ, NMR ਇਨਐਕਟਿਵ ਹੋ ਜਾਣਗੇ। ਇਨਐਕਟਿਵ ਮਤਲਬ NMR ਦੇ ਅੰਦਰ ਕੋਈ ਸਿਗਨਲ ਇਹ ਨਹੀਂ ਦੇਣਗੇ। ਹੁਣ ਦੇਖੋ ਕਾਰਬਨ 13 ਹੁੰਦਾ ਇੱਕ, ਇਹ ਕੀ ਹੁੰਦਾ, NMR ਐਕਟਿਵ ਹੁੰਦਾ ਹੈਗਾ। ਬਟ ਜਿਹੜਾ ਕਾਰਬਨ 12 ਹੈ ਉਹ ਕੀ ਹੈਗਾ, NMR ਇਨਐਕਟਿਵ ਹੈ। ਠੀਕ ਹੈ, ਜਾਂ ਆਪਾਂ ਸੈਕੰਡ ਟ੍ਰਿਕ ਦੇ ਸਕਦੇ ਹਾਂ, ਜੇ ਕਿਸੇ ਵੀ ਸਬਸਟੈਂਸ ਦਾ ਮੋਲਰ ਮਾਸ ਹੈ ਜਿਹੜਾ ਉਹ 4 ਨਾਲ ਕੰਪਲੀਟਲੀ ਡਿਵਾਈਡ ਹੋ ਜਾਂਦਾ ਹੈਗਾ, ਤਾਂ ਉਸ ਨੂੰ ਆਪਾਂ ਬੋਲਾਂਗੇ NMR ਇਨਐਕਟਿਵ। ਠੀਕ ਹੈ, ਜਿਸ ਤਰ੍ਹਾਂ ਆਪਣਾ 12 ਹੈ, 12 4 ਨਾਲ ਡਿਵਾਈਡ ਹੋ ਜਾਏਗਾ ਤਾਂ ਇਹ ਕੀ ਹੋ ਗਿਆ, NMR ਇਨਐਕਟਿਵ। ਠੀਕ ਹੈ, 16 ਹੈ, ਇਹ ਵੀ 4 ਨਾਲ ਡਿਵਾਈਡ ਹੋ ਜਾਂਦਾ ਹੈ ਤੇ ਇਹ ਵੀ ਕੀ ਹੋ ਜਾਏਗਾ, NMR ਇਨਐਕਟਿਵ ਹੋ ਜਾਏਗਾ। ਉਸ ਤੋਂ ਬਾਅਦ ਜਿਹੜੇ ਆਪਣੇ ਨਿਊਕਲੀਆਈ ਪੜ੍ਹਨੀਆਂ ਨੇ, ਸਮ ਇੰਪੋਰਟੈਂਟ I ਵੈਲਿਊਜ਼। ਠੀਕ ਹੈ, ਇੱਕ ਤਾਂ ਆਪਾਂ ਹਾਈਡਰੋਜਨ ਲਈ ਪੜ੍ਹਨੇ ਆ, ਹਾਈਡਰੋਜਨ ਲਈ ਆਪਾਂ ਉਸਨੂੰ ਪ੍ਰੋਟੋਨ NMR ਵੀ ਬੋਲ ਦਿੰਦੇ ਆ, ਕਿਉਂਕਿ ਹਾਈਡਰੋਜਨ ਦੇ ਅੰਦਰ ਕੀ ਹੁੰਦਾ, ਬੇਸਿਕਲੀ ਇੱਕ ਪ੍ਰੋਟੋਨ ਹੁੰਦਾ ਹੈ, ਇਸ ਲਈ ਇਸਨੂੰ ਪ੍ਰੋਟੋਨ NMR ਵੀ ਬੋਲ ਦਿੰਦੇ ਆ। ਉਸ ਤੋਂ ਇਲਾਵਾ ਥੋੜਾ ਜਿਹਾ ਆਪਾਂ ਆਈਡੀਆ ਲੈਣਾ 13C NMR ਦਾ, ਉਸ ਦੀ ਵੀ I ਵੈਲਿਊ ਹਾਫ ਹੁੰਦੀ ਹੈ, 13C ਦੀ ਵੀ I ਵੈਲਿਊ ਹਾਫ ਹੁੰਦੀ ਹੈ। ਤੇ ਨਾਈਟ੍ਰੋਜਨ ਆਪਾਂ ਪੜ੍ਹਨਾ ਨਹੀਂ, ਬਟ ਇਸ ਦੀ I ਵੈਲਿਊ ਧਿਆਨ ਰੱਖਿਓ ਕਿੰਨੀ ਹੁੰਦੀ ਹੈ, 1। ਉਸ ਤੋਂ ਇਲਾਵਾ ਇੱਕ ਡਿਊਟੇਰੀਅਮ ਦੀ ਨੋਟ ਕਰ ਲਓ, ਡਿਊਟੇਰੀਅਮ ਦੀ ਕੀ ਹੁੰਦੀ ਹੈ, I ਵੈਲਿਊ 1। ਠੀਕ ਹੈ, ਡਿਊਟੇਰੀਅਮ ਕੀ ਹੁੰਦਾ, ਬੇਸਿਕਲੀ ਆਈਸੋਟੋਪ ਹੁੰਦਾ ਹੈਗਾ ਹਾਈਡਰੋਜਨ ਦਾ। ਠੀਕ ਹੈ, ਇੰਨੀ ਬੇਸਿਕ ਇਨਫੋਰਮੇਸ਼ਨ ਸੀਗੀ। ਹੁਣ ਆਪਾਂ ਕੁਐਸਚਨਸ ਕਰਦੇ ਹਾਂ ਪ੍ਰੀਵੀਅਸ ਅੰਦਰ ਕਿਸ ਤਰ੍ਹਾਂ ਆਏ ਹੋਣਗੇ। ਪਹਿਲਾ ਕੁਐਸਚਨ ਦੇਖੋ, proton NMR spectrum of a molecule gives information। ठीक है, नंबर ऑफ पीक्स बिल्कुल दिंदा हैगा सिग्नल। ठीक है, इंटेंसिटी आइडिया दिंदा हैगा, ठीक है, पोजीशन ऑफ पीक्स दा भी दिंदा हैगा। ये सारे टॉपिक्स ਆਪਾਂ ਨੇ ਪੜ੍ਹਨੇ ਨੇ। ठीक है, ਜਿਹੜੇ ਉਰੇ ਕੁਐਸਚਨ ਚ ਪੁੱਛੇ ਗਏ ਨੇ, ਇਹ ਸਾਰੇ ਟੌਪਿਕਸ ਆਪਾਂ ਡਿਟੇਲ ਦੇ ਅੰਦਰ ਪੜਾਂਗੇ ਤੇ ਇਸ ਦਾ ਕਰੈਕਟ ਆਨਸਰ ਆਣਾ ਸੀ all of these। ठीक है, सेकंड क्वेश्चन है which of the following is NMR inactive। देखो पहला 1H ਦਿੱਤਾ ਹੈਗਾ, फिर 12C ਦਿੱਤਾ है, फिर 35 क्लोरीन ਦਿੱਤਾ है, फिर 19F ਦਿੱਤਾ ਹੈਗਾ। ठीक है, ਕਿਹੜਾ ਹੋ ਜਾਏਗਾ NMR inactive, ਇਹ ਵਾਲਾ ਮੋਲੀਕਿਊਲ ਕੀ ਹੋ ਜਾਏਗਾ, NMR inactive। ਇਹ ਮੈਰੀਟੋਰੀਅਸ ਦੇ ਕੁਐਸਚਨ ਨੇਗੇ। ਠੀਕ ਹੈ, ਜਨਰਲੀ ਈਜ਼ੀ ਆਉਂਦੇ ਨੇ ਤੇ ਇਸ ਦਾ ਆਨਸਰ ਆ ਜਾਣਾ ਸੀ ਆਪਸ਼ਨ ਨੰਬਰ B। ਹੁਣ ਦੇਖੋ ਨੈਕਸਟ ਟੌਪਿਕ ਆਪਣਾ ਨੰਬਰ ਆਫ ਨਿਊਕਲੀਅਰ ਸਟੇਟਸ। ਠੀਕ ਹੈ, ਨੰਬਰ ਆਫ ਨਿਊਕਲੀਅਰ ਸਪਿਨ ਸਟੇਟਸ ਲਿਖੋ ਉਰੇ। ਠੀਕ ਹੈ, ਹੁਣ ਇਸ ਚੀਜ਼ ਦਾ ਕੀ ਮਤਲਬ ਹੁੰਦਾ ਹੈ, ਜਿਸ ਤਰ੍ਹਾਂ ਆਪਣੇ ਕੋਲ I ਦੀ ਵੈਲਿਊ ਹਾਫ ਹੈਗੀ, ਤਾਂ ਇਸ ਲਈ ਨੰਬਰ ਆਫ ਸਪਿਨ ਸਟੇਟ ਦਾ ਫਾਰਮੂਲਾ ਹੁੰਦਾ ਹੈ 2Ni+1। ठीक है, ਜੇ ਆਪਾਂ ਪੁੱਟ ਕਰੀਏ ਵੈਲਿਊ, ਸੌਰੀ 2I+1। ठीक है ना, नंबर ऑफ स्पिन स्पीड फॉर्मूला क्या बनेगा
2i plus 1 that is 2 into half plus 1। ठीक है, तो कितने स्टेट्स आ जाएंगे, 2 स्टेट्स आ जाएंगे। तो 2 स्टेट्स किस तरह शो करेंगे ਆਪਾਂ इस तरह। ठीक है, एक ਦੀ ਵੈਲਿਊ ਹੋਏਗੀ प्लस हाफ ਤੇ दूसरी ਦੀ ਵੈਲਿਊ ਹੋਏਗੀ माइनस हाफ। ठीक है, ਇਹਨਾਂ ਨੂੰ ਆਪਾਂ ਬੋਲਦੇ ਆ ਡੀਜਨਰੇਟ ਸਟੇਟਸ। ਡੀਜਨਰੇਟ ਸਟੇਟਸ। ਡੀਜਨਰੇਟ ਸਟੇਟਸ ਦਾ ਕੀ ਮਤਲਬ ਹੁੰਦਾ ਹੈ, ਸਟੇਟਸ ਆਫ ਇਕੁਅਲ એનર્ਜੀ। ਪਹਿਲਾਂ ਹੁਣ ਇਹਨਾਂ ਦੋਹਾਂ ਲੈਵਲ ਦੀ એનર્ਜੀ ਇਕੁਅਲ ਹੈ, ਚਾਹੇ मैंने ਇੱਕ ਨੂੰ ਉੱਪਰ ਇੱਕ ਨੀਚੇ ਸ਼ੋ ਕਰਤਾ, ਬਟ ਇਹਨਾਂ ਦੀ ਕੀ એનર્ਜੀ ਬੇਸਿਕਲੀ ਸੇਮ ਹੈ। ਬਟ ਜਦੋਂ ਆਪਾਂ ਬਾਹਰ ਤੋਂ ਮੈਗਨੈਟਿਕ ਫੀਲਡ ਅਪਲਾਈ ਕਰਾਂਗੇ, ਹੁਣ ਮੈਗਨੈਟਿਕ ਫੀਲਡ ਤਾਂ ਆਪਾਂ ਅਪਲਾਈ ਕਰਨੀ ਹੈ ਕਿਉਂਕਿ ਆਪਣੀ ਸਪੈਕਟ੍ਰੋਸਕੋਪੀ ਨਾਮ ਹੀ ਕੀ ਹੈਗਾ, NMR। ठीक है, न्यूक्लियर मैग्नेटिक। ਹੁਣ ਆਪਾਂ ਬਾਹਰ ਤੋਂ ਮੈਗਨੈਟਿਕ ਫੀਲਡ ਲਗਾਈ, ਠੀਕ ਹੈ, ਉਹ ਪਲੱਸ ਹਾਫ ਮਾਈਨਸ ਹਾਫ। ਹੁਣ ਜਦੋਂ ਆਪਾਂ ਨੇ ਬਾਹਰ ਤੋਂ ਮੈਗਨੈਟਿਕ ਫੀਲਡ ਲਗਾਈ, ਸਪੋਜ਼ B ਨੋਟ ਮੈਗਨੈਟਿਕ ਫੀਲਡ ਲਗਾ ਦੀ, ਤਾਂ ਆਪਣੇ ਕੋਲ ਦੋ ਲੈਵਲ ਦੇ ਅੰਦਰ ਕੀ ਕਰ ਦੇਣਗੇ, ਸਪਲਿਟ ਕਰ ਦੇਣਗੀਆਂ। ਇੱਕ ਲੈਵਲ ਨੂੰ ਆਪਾਂ ਬੋਲਾਂਗੇ ਮਾਈਨਸ ਹਾਫ ਲੈਵਲ ਤੇ ਦੂਸਰੇ ਲੈਵਲ ਨੂੰ ਆਪਾਂ ਬੋਲਾਂਗੇ ਪਲੱਸ ਹਾਫ ਲੈਵਲ। ਇਹਨਾਂ ਦੇ ਅੰਦਰ ਕੁਝ એનર્ਜੀ ਗੈਪ ਹੋਏਗਾ। ਠੀਕ ਹੈ, ਹੁਣ ਇਹ ਦੋ ਲੈਵਲ ਦੇ ਵਿੱਚ ਕੀ ਹੋਏਗਾ, ਕੁਝ એનર્ਜੀ ਗੈਪ ਹੋਏਗਾ। ਜਿਹੜਾ ਇਹ એનર્ਜੀ ਗੈਪ ਹੈ ਡੈਲਟਾ E, डेल्टा E इज डायरेक्टली प्रोपोर्शनल टू B नॉट। ठीक है, इसका की मतलब होया कि जिन्ने ज्यादा आप मैग्नेटिक फील्ड अप्लाई करांगे बाहर तो उन्ना ही की होएगा, दो एनर्जी लेवल के अंदर गैप होएगा। जो आप प्रोपोर्शनैलिटी साइन हटावांगे तो कांस्टेंट आएगा, तो ਜਿਹੜਾ कांस्टेंट ਹੁੰਦਾ ਉਹ ਹੁੰਦਾ ਆਪਣੇ ਕੋਲ गामा इंटू H कट B नॉट। ठीक है, ये वाला फॉर्मूला बनेगा। ਹੁਣ देखो डेल्टा E ਨੂੰ मैं की लिख सकता H इंटू न्यू अब्जॉर्बेंस, भी कितनी एनर्जी चाहिए इन्होंने गैप ਲਈ, ਤਾਂ ਇਹ ਕਿੰਨਾ ਬਣਿਆ गामा H कट B। ठीक है, तो ये वाला रिलेशन तुसी ध्यान रखना हैगा। ਤੇ ਪਹਿਲਾ ਰਿਲੇਸ਼ਨ ਤਾਂ ਇਹ ਵਾਲਾ ਆ ਗਿਆ, ਬਟ ਇੱਕ ਆਪਾਂ ਹੋਰ ਤਰ੍ਹਾਂ ਦੀ ਫ੍ਰੀਕੁਐਂਸੀ ਡਿਫਾਈਨ ਕਰਦੇ ਹੁੰਦੇ ਆਂਗੇ ਜਿਸ ਨੂੰ ਆਪਾਂ ਬੋਲ ਦਿਆਂਗੇ ਪ੍ਰੋਸੈਸ਼ਨਲ ਫ੍ਰੀਕੁਐਂਸੀ। ਪ੍ਰੋਸੈਸ਼ਨਲ ਫ੍ਰੀਕੁਐਂਸੀ। ਠੀਕ ਹੈ, ਪ੍ਰੋਸੈਸ਼ਨਲ ਫ੍ਰੀਕੁਐਂਸੀ ਕੀ ਹੁੰਦੀ ਹੈ ਆਪਣੇ ਕੋਲ, ਇਸ ਨੂੰ ਧਿਆਨ ਨਾਲ ਸਮਝੋ। ਠੀਕ ਹੈ, ਇੱਕ ਤਾਂ ਆਪਣੇ ਕੋਲ ਨਿਊ ਅਬਜ਼ੌਰਬੈਂਸ ਹੈਗੀ ਕਿ ਜਿਹੜੇ ਦੋ એનર્ਜੀ ਲੈਵਲਸ ਦੇ ਵਿੱਚ ਗੈਪ ਹੈ, ਬਟ ਜਿਹੜਾ ਪ੍ਰਿੰਸੀਪਲ ਹੁੰਦਾ ਹੈਗਾ NMR ਸਪੈਕਟ੍ਰੋਸਕੋਪੀ ਦਾ, ਉਸ ਦੇ ਅਕੋਰਡਿੰਗ ਜਿਹੜਾ ਇੱਕ ਨਿਊਕਲੀਆਈ ਗਰਾਊਂਡ ਸਟੇਟ 'ਚ ਹੈਗਾ ਤੇ ਇੱਕ ਨਿਊਕਲੀਆਈ ਐਕਸਾਈਟਡ ਸਟੇਟ 'ਚ ਹੈ। ਜਿਹੜਾ ਨਿਊਕਲੀਆਈ ਗਰਾਊਂਡ ਸਟੇਟ ਚੋਂ એનર્ਜੀ ਅਬਜ਼ੋਰਬ ਕਰਕੇ ਐਕਸਾਈਟਡ ਸਟੇਟ ਚਲਾ ਜਾਏਗਾ, ਠੀਕ ਹੈ ਨਾ, ਉਸ ਨੂੰ ਬੇਸਿਕਲੀ ਉਸਨੇ ਆਪਣੀ ਸਪਿਨ ਚੇਂਜ ਕਰ ਲੈਂਦਾ। ਜੇ ਉਰੇ ਆਪਣੇ ਕੋਲ ਕਲੌਕਵਾਈਜ਼ ਸਪਿਨ ਸੀਗੀ ਤਾਂ ਉੱਪਰ ਐਕਸਾਈਟ ਹੋ ਕੇ ਕਿਸ 'ਚ ਕਨਵਰਟ ਹੋ ਜਾਏਗਾ ਇਹ, ठीक है, एंटी क्लॉकवाइज हो जाएगा। मतलब उसने अपनी स्पिन चेंज की, तो स्पिन चेंज करने ਲਈ ਜਿਹੜੀ ਆਪਣੇ ਕੋਲ ਫ੍ਰੀਕੁਐਂਸੀ ਹੁੰਦੀ ਹੈ ਉਸ ਨੂੰ ਆਪਾਂ ਬੋਲਦੇ ਆ ਪ੍ਰੋਸੈਸ਼ਨਲ ਫ੍ਰੀਕੁਐਂਸੀ। ਤੇ ਪ੍ਰੋਸੈਸ਼ਨਲ ਫ੍ਰੀਕੁਐਂਸੀ ਵੀ ਡਾਇਰੈਕਟਲੀ ਪ੍ਰੋਪੋਰਸ਼ਨਲ ਹੁੰਦੀ ਹੈ ਮੈਗਨੈਟਿਕ ਫੀਲਡ ਦੇ, ਬਟ ਉਰੇ ਜਿਹੜਾ ਕਾਂਸਟੈਂਟ ਲੱਗਦਾ ਆਪਣੇ ਕੋਲ ਉਹ ਸਿੰਪਲੀ ਕੀ ਹੁੰਦਾ, ਗਾਮਾ ਇੰਟੂ B ਨੋਟ। ਹੁਣ ਕਈ ਬੁੱਕਸ ਦੇ ਅੰਦਰ ਪ੍ਰੋਸੈਸ਼ਨਲ ਫ੍ਰੀਕੁਐਂਸੀ ਨੂੰ ਓਮੇਗਾ ਨਾਲ ਵੀ ਸ਼ੋ ਕਰ ਦਿੰਦੇ ਨੇ, ਓਮੇਗਾ ਇਜ਼ ਇਕੁਅਲ ਟੂ ਗਾਮਾ ਇੰਟੂ B ਨੋਟ। ਠੀਕ ਹੈ, ਇਹ ਵਾਲਾ ਫਾਰਮੂਲਾ ਇੰਪੋਰਟੈਂਟ ਹੈ ਤੇ ਜਰਨਲੀ ਤੁਹਾਡੇ ਤੋਂ ਕੁਐਸਚਨ ਦੇ ਅੰਦਰ ਪ੍ਰੋਸੈਸ਼ਨਲ ਫ੍ਰੀਕੁਐਂਸੀ ਪੁੱਛੀ ਜਾਂਦੀ ਹੁੰਦੀ ਹੈ, ਕਦੇ ਵੀ ਉਹ ਮੈਂਸ਼ਨ ਨਹੀਂ ਕਰੇਗਾ, ਬਟ ਉਹ ਕੁਝ ਇਨਡਾਇਰੈਕਟਲੀ ਪੁੱਛਣਾ ਕਿ ਜਦੋਂ ਹੁੰਦਾ ਪ੍ਰੋਸੈਸ਼ਨਲ ਫ੍ਰੀਕੁਐਂਸੀ। ਹੁਣ ਗਾਮਾ ਦੀ ਵੈਲਿਊ ਕੀ ਹੁੰਦੀ ਹੈ ਆਪਣੇ ਕੋਲ ਉਰੇ, GE म्यू B B नॉट बाय H। ठीक है, ये वाला फॉर्मूला आ जाएगा प्रोसैशनल फ्रीकुएंसी का, GE म्यू B ओवर H ते गामा की जो मैंने वैल्यू पुट करती। ठीक है, हुण ये वाला फॉर्मूला तुसीं डेफिनेटली किते ना किते देखा होएगा जिन्होंने ESR स्पैक्ट्रोस्कोपी पढ़ी हैगी। ठीक है, उन्होंने डेफिनेटली ये वाला फॉर्मूला देखा होएगा ते पेपर के अंदर यही फॉर्मूला तुसीं यूज करना है। ठीक है, इसके बेस आप क्वेश्चन कर देंगे। ठीक है, ESR च भी सेम फॉर्मूला होंदा है, बस उरे GE की वैल्यू डिफरेंट होएगी ते फैक्टर्स की वैल्यू डिफरेंट होएगी। चलिए आप क्वेश्चन डिस्कस करते हैं। ये पहला सोल्यूशन नहीं देखना, तुसीं पहला क्वेश्चन समझना है। तो मैगनेटिक फील्ड दे रखी है आपां नूं, G की वैल्यू दे रखी है, ठीक है, B की वैल्यू दे रखी है, तो पूछा कि अपने तो मैगनेटिक फील्ड, तो मैं तुहानूं फॉर्मूला की दस्सिया प्रोसैशनल फ्रीकुएंसी का, GE म्यू B नॉट ओवर H। ठीक है, तो पूछा कि B नॉट फाइंड द वैल्यू ऑफ मैगनेटिक फील्ड, B नॉट की वैल्यू पूछेगी तो किस दे इक्वल आ जाएगी अपने को ओमेगा इंटू H ओवर GE इंटू म्यू B। ठीक है, आप सारी वैल्यूज पुट कर रखी ने। ठीक है जी, हम आप वैल्यूज पुट करिए। ठीक है, ओमेगा की वैल्यू कितनी आ जाएगी 300 मेगाहर्ट्ज, 300 इंटू मेगा मतलब 10⁻6 हर्ट्ज इंटू H की वैल्यू 6.64 इंटू 10⁻34। ठीक है, GE की वैल्यू 5.585 तो B की वैल्यू आ जाएगी 5.05 इंटू 10⁻27। ठीक है, जो सारी वैल्यूज पुट करके आप सॉल्व करांगे
बी नॉट की वैल्यू कितनी आ जाएगी 7.05 टेस्ला। ठीक है, इस सोल्यूशन से छोटी जी एरर है। ठीक है, इन्होंने 300 ਨੂੰ 10⁶ ਨਾਲ ਮਲਟੀਪਲਾਈ ਨਹੀਂ ਕੀਤਾ। ਠੀਕ ਹੈ, ਉਹ ਤੁਸੀਂ ਕਰ ਲਿਓ। ਠੀਕ ਹੈ, ਆਈ ਥਿੰਕ ਤੁਹਾਨੂੰ ਇਹ ਵਾਲਾ ਫਾਰਮੂਲਾ ਕਲੀਅਰ ਹੋ ਗਿਆ ਹੋਊਗਾ। ਠੀਕ ਹੈ, ਸੇਮ ਫਾਰਮੂਲਾ ਆਪਾਂ ਨੇ ESR ਸਪੈਕਟ੍ਰੋਸਕੋਪੀ ਦੇ ਅੰਦਰ ਪੜਿਆ ਸੀਗਾ। ਠੀਕ ਹੈ, ਹੁਣ ਆਪਾਂ ਦੇਖ ਰਹੇ ਹਾਂ ਨੰਬਰ ਆਫ ਸਿਗਨਲਸ। ਹੁਣ ਆਪਾਂ ਨੂੰ ਪਤਾ ਆਪਾਂ ਯੂਜ਼ ਕਰ ਰਹੇ ਪ੍ਰੋਟੋਨ NMR। ਹੁਣ ਜਿੰਨੇ ਡਿਫਰੈਂਟ ਕਾइंड्स ਦੇ ਪ੍ਰੋਟੋਨਸ ਹੋਣਗੇ ਉਨੇ ਹੀ ਕੀ ਆਣਗੇ ਆਪਣੇ ਕੋਲ ਸਿਗਨਲ ਆਣਗੇ। ਮਤਲਬ ਆਪਾਂ ਨੇ ਕੀ ਦੇਖਣਾ ਹੈਗਾ ਨੰਬਰ ਆਫ ਨॉन ਇਕੁਇवेलेंट ਤੇ ਕੈਮੀਕਲੀ ਨॉन ਇਕੁਇवेलेंट ਪ੍ਰੋਟੋਨਸ ਦੇਖਣੇ ਤੇ ਉਹ ਕਿਸ ਤਰ੍ਹਾਂ ਚੈੱਕ ਕਰਨੇ ਨੇ ਉਹੀ ਆਪਾਂ ਨੇ ਦੇਖਣਾ। ਹੁਣ ਜਿਸ ਤਰ੍ਹਾਂ ਇੱਕ ਕਾਰਬਨ ਹੈ, ਕਾਰਬਨ ਦੇ 4 ਹਾਈਡਰੋਜਨ ਹੁੰਦੇ ਨੇ, ਇਹਨਾਂ ਚਾਰਾਂ ਹਾਈਡਰੋਜਨ ਦਾ এনवायरमेंट ਸੇਮ ਹੈ। ਜੇ ਆਪਾਂ ਇੱਕ ਹਾਈਡਰੋਜਨ ਨੂੰ ਦੂਸਰੇ ਹਾਈਡਰੋਜਨ ਨਾਲ ਰਿਪਲੇਸ ਕਰ ਦਈਏ ਕੋਈ ਵੀ ਇਫੈਕਟ ਨਹੀਂ ਆਉਣ ਵਾਲਾ। ਮਤਲਬ ਇਹ ਚਾਰੇ ਹਾਈਡਰੋਜਨ ਕੀ ਨੇਗੇ ਸੇਮ ਨੇਗੇ ਤਾਂ ਇਹਨਾਂ ਦਾ ਕਿੰਨਾ ਸਿਗਨਲ ਆਏਗਾ 1 ਸਿਗਨਲ ਆਏਗਾ। ਆਪਾਂ ਨੇ ਸਾਰੇ ਹਾਈਡਰੋਜਨ ਦਾ ਕੈਮੀਕਲ এনवायरमेंट ਦੇਖਣਾ ਹੈ। ठीक है, ਹੁਣ ਸੈਕੰਡ ਮੋਲੀਕੂਲ ਦੇਖੋ CH2Cl2 CHHCl ठीक है, इस तरह जे मैं बनाऊंगा तो ए हाइड्रोजन भी किने आइडेंटिकल ने तो इन्हों का भी कितना सिग्नल आएगा अपने को 1 सिग्नल आएगा। ठीक है, नेक्स्ट क्वेश्चन देखते हैं CH3CH3। ठीक है, ये दो हाइड्रोजन भी ये सारे हाइड्रोजन किने आइडेंटिकल ने। ठीक है, ये हाइड्रोजन किने सारे आइडेंटिकल ने। ठीक है, इन्हों जो आप किसी भी हाइड्रोजन किस नाल भी रिप्लेस कर दे कोई चेंज नहीं आने वाला, इसलिए इन्हों का भी की आएगा अपने को एक सिग्नल आएगा। ठीक है, नेक्स्ट देखो जिन्ने भी ए वाले हाइड्रोजन ने, ठीक है, ए तीन हाइड्रोजन ठीक है, 12 हाइड्रोजन किने आइडेंटिकल ने। ठीक है, ऑल 12 हाइड्रोजन आर आइडेंटिकल। इस करके इन्हों का भी अपने को कितना सिग्नल आएगा एक सिग्नल आएगा। ठीक है, नैक्सट बेंजीन के अंदर ठीक है जी हाइड्रोजन मैं उरे शो करा तो सारे हाइड्रोजन की ने इक्विवेलेंट ने मतलब सेम टाइप के ने तो इन्हों का भी NMR के अंदर कितना सिग्नल आएगा एक सिग्नल आएगा। तो एक सिग्नल किन्ने हाइड्रोजन करके आएगा 6 हाइड्रोजन करके एक सिग्नल आएगा। ठीक है, जिन्ने डिफरेंट काइंड के हाइड्रोजन होंगे उन्ने सिग्नल होंगे। हुण देखो अपने को इस वाले केस भी ठीक है दोहां हाइड्रोजन का एनवायरनमेंट की है सेम है जो आप बना के देखिए CHHHO ठीक है, हुण सारे हाइड्रोजन की ने आइडेंटिकल ने इसलिए इन्हों का भी क्या आएगा एक सिग्नल आएगा। नैक्सट वाले केस देखो ठीक है ए दो हाइड्रोजन भी किने आइडेंटिकल ने क्योंकि इसकी साइड से भी Cl है इसकी साइड से भी क्या Cl है तो इन्हों के भी किने सिग्नल आएंगे एक सिग्नल ही आंसर आएगा। बट हुण देखो नैक्सट क्वेश्चन देखो ठीक है, नैक्सट क्वेश्चन इंपॉर्टेंट है। ठीक है, उरे देखो CHH उरे Br उरे Cl क्लीयर है। हुण देखो अपने को जेडे ए दो हाइड्रोजन ने ये तो आइडेंटिकल ने ए वाले दो हाइड्रोजन आइडेंटिकल ने ये तो अपन क्लीयरली दिख रहा है जेडे एक कार्बन के दो ही हाइड्रोजन ने वो तो आइडेंटिकल ही होंगे। हुण देखो इन्हों के Cl क्लोज है ठीक है ठीक है जिवें इस नंबर दवा 1 नंबर कार्बन 2 नंबर कार्बन ठीक है 1 नंबर कार्बन के क्लोज की है Cl है ठीक है 2 नंबर कार्बन के क्लोज की है Br है। मतलब जो 1 नंबर कार्बन के हाइड्रोजन ने 2 नंबर कार्बन के हाइड्रोजन ने दोए किने डिफरेंट काइंड्स ने तो इस करके उरे किने सिग्नल आएंगे 2 सिग्नल आएंगे। क्लीयर है, तो अपन एनवायरनमेंट चेक करना है किन्ने केमिकली डिफरेंट एनवायरनमेंट रखते हैं हाइड्रोजन। ठीक है, नैक्सट देखो प्रैक्टिस नाल ही आएगा। हुण देखो ए वाला हाइड्रोजन है जिहड़ा ठीक है ऑक्सीजन के बिल्कुल क्लोज है ठीक है 3 हाइड्रोजन ने ठीक है इन्हों का सिग्नल डिफरेंट आएगा। ठीक है, इसका सिग्नल डिफरेंट आएगा इसका सिग्नल डिफरेंट आएगा। ठीक है, इसमें बना के भी देख सकते आप ठीक है CHHH ठीक है OCHHCHH ठीक है। हुण देखो ठीक है ए वाले हाइड्रोजन नाल एक कार्बन लग्या ठीक है नाल की ऑक्सीजन है ठीक है इस वाले हाइड्रोजन ऑक्सीजन है ठीक है तो एक हाइड्रोजन है बट उरे 3 हाइड्रोजन सी तो ए वाला एक सेम हो गए। ठीक है, इन्हों करके एक सिग्नल ठीक है इन्होंने दोहां करके दूसरा सिग्नल तो इन्हों करके क्या आएगा तीसरा सिग्नल। ठीक है, तो इस केस कितने सिग्नल आ जाएंगे अपने को 3 सिग्नल आ जाएंगे। ठीक है, नैक्सट क्वेश्चन देखो हुण देखो ए वाले हाइड्रोजन की ने आइडेंटिकल ने ठीक है हुण जिन्होंने मैं सर्कल कर रहे हैं सर्कल वाले ये सेम टाइप के ने ठीक है जिन्होंने बॉक्स कर रहे हैं
ਇਹ ਦੋ ਕੀ ਨੇਗੇ ਸੇਮ ਟਾਈਪ ਦੇ ਨੇ। ਤਾਂ ਇਸ ਕੇਸ 'ਚ ਕਿੰਨੇ ਸਿਗਨਲ ਆ ਜਾਣਗੇ ਤੇ ਇੱਕ ਸਿਗਨਲ ਇਹਨਾਂ ਕਰਕੇ ਇੱਕ ਸਿਗਨਲ ਇਹਨਾਂ ਕਰਕੇ, ਠੀਕ ਹੈ, A ਟਾਈਪ ਦਾ ਤੇ B ਟਾਈਪ ਦਾ, ਤਾਂ ਟੋਟਲ 2 ਸਿਗਨਲ ਆ ਜਾਣਗੇ। ਠੀਕ ਹੈ, ਆਪਾਂ ਸਿਗਨਲ ਫਾਈਂਡ ਆਊਟ ਕਰਨਾ ਸਿੱਖ ਰਹੇ ਹਾਂਗੇ। ਸਿਗਨਲ ਤੇ ਇੰਟੈਂਸਿਟੀ ਦੇ ਅੰਦਰ ਆਪਣੇ ਕੋਲ ਡਿਫਰੈਂਸ ਹੁੰਦਾ ਹੈ। ਠੀਕ ਹੈ, ਨੈਕਸਟ ਕੇਸ ਦੇਖੋ, ਜੇ ਆਪਾਂ ਦੇਖੀ ਧਿਆਨ ਨਾਲ, ਠੀਕ ਹੈ, ਇਹ ਦੋ ਹਾਈਡਰੋਜਨ ਨੇਗੇ, ਠੀਕ ਹੈ, ਤੇ ਇਹ ਵਾਲੇ ਹਾਈਡਰੋਜਨ 3, ਠੀਕ ਹੈ, ਇਹੀ ਦੋ ਸਿਗਨਲ ਆਉਣਗੇ ਕਿਉਂਕਿ ਇਹ ਵਾਲੇ ਹਾਈਡਰੋਜਨ ਦੇਖੋ ਆਹ ਵਾਲਾ ਪਾਰਟ ਤੇ ਆਹ ਵਾਲਾ ਪਾਰਟ ਬਿਲਕੁਲ ਆਇਡੈਂਟੀਕਲ ਹੈ। ਠੀਕ ਹੈ, ਜੇ ਆਪਾਂ ਪਲੇਨ ਆਫ ਸਿਮੈਟਰੀ ਪਾਸ ਕਰੀਏ ਤਾਂ ਇਸ ਕੇਸ 'ਚ ਕਿੰਨੇ ਬਣ ਜਾਣਗੇ, ਟੋਟਲ 2 ਸਿਗਨਲ ਆ ਜਾਣਗੇ। ਤੇ ਕਿਹੜੇ ਕਿਹੜੇ ਸਿਗਨਲ ਆਣਗੇ, ਇੱਕ ਤਾਂ ਆਪਣੇ ਕੋਲ ਇਹ ਵਾਲੇ ਹਾਈਡਰੋਜਨ ਕਰਕੇ ਤੇ ਇੱਕ ਇਹ ਵਾਲੇ ਕਰਕੇ, ਠੀਕ ਹੈ, ਬਿਕੋਜ਼ B ਤੇ ਇਹ ਵਾਲੇ B ਕਿਨੇ ਆਇਡੈਂਟੀਕਲ ਨੇ। ਤਾਂ ਇਸ ਕੇਸ 'ਚ ਵੀ ਆਪਣੇ ਕੋਲ ਕਿੰਨੇ ਸਿਗਨਲ ਆ ਜਾਣਗੇ, 2 ਸਿਗਨਲ ਆ ਜਾਣਗੇ। ਹੁਣ ਨੈਕਸਟ ਦੇਖੋ, ਜੇ ਆਪਾਂ ਨੂੰ ਕੋਈ ਗਰੁੱਪ ਲਗਾਤਾ G, ਹੁਣ ਇਹ ਔਰਥੋ ਹਾਈਡਰੋਜਨ ਹੋ ਗਏ, ਇਹ ਮੈਟਾ ਵਾਲੇ ਹੋ ਗਏ, ਇਹ ਪੈਰਾ ਵਾਲੇ ਹੋ ਗਏ, ਇਹ ਵੀ ਮੈਟਾ ਵਾਲੇ ਹੋ ਗਏ ਤੇ ਇਹ ਔਰਥੋ ਵਾਲੇ ਹੋ ਗਏ। ਠੀਕ ਹੈ, ਹੁਣ ਔਰਥੋ ਵਾਲੇ ਦੋ ਨੇਗੇ ਤਾਂ ਇਹ ਸੇਮ ਟਾਈਪ ਦੇ ਹੋਣਗੇ। ਠੀਕ ਹੈ, BB इसमें मैं BB लिख देना। ठीक है, 2 टाइप मैटा वाले सेम टाइप के होंगे तो एक पैरा वाला होएगा। तो 3 टाइप के अपने को हाइड्रोजन मिल जाएंगे, ऑर्थो वाले 2, ठीक है, मैटा वाले 2, पैरा वाला 1, तो टोटल अपने को कितने हो जाएंगे, ठीक है, 3 सिग्नल आ जाएंगे। ठीक है, टोटल कितने सिग्नल होंगे, 3 सिग्नल। ठीक है, नेक्स्ट क्वेश्चन देखो, इस दे अंदर अपने को कितने सिग्नल आएंगे। ठीक है, ए वाला डिफरेंट हैगा तो ए वाले 3 आइडेंटिकल नेगे। ठीक है, तो कितने सिग्नल आ जाएंगे, इस केस 2 सिग्नल आ जाएंगे। ਹੁਣ ਉਰੇ ਦੇਖੋ, ਆਪਣੇ ਕੋਲ ਇਹ ਵਾਲਾ ਹਾਈਡਰੋਜਨ ਇੱਕ ਆਕਸੀਜਨ ਲੱਗਾ ਹੋਇਆ, ਇਹ ਕਾਰਬਨ ਦੇ 2 ਹਾਈਡਰੋਜਨ ਨੇ, ਠੀਕ ਹੈ, ਆਕਸੀਜਨ ਦੇ ਕਲੋਜ਼ ਨੇ, ਫਿਰ ਇਹ ਵਾਲੇ 3 ਹਾਈਡਰੋਜਨ ਆਕਸੀਜਨ ਤੋਂ ਦੂਰ ਨੇ, ਮਤਲਬ ਇਹਨਾਂ ਡਿਫਰੈਂਟ এনवायरमेंट ਹੈਗਾ। ਤਾਂ ਇੱਕ ਸਿਗਨਲ ਇਸ ਦਾ, ਠੀਕ ਹੈ, 2 ਸਿਗਨਲ ਤੇ 3 ਸਿਗਨਲ। ਤਾਂ ਇਸ ਕੇਸ ਕਿੰਨੇ ਸਿਗਨਲ ਆ ਜਾਣਗੇ, 3 ਸਿਗਨਲ ਆ ਜਾਣਗੇ। ਹੁਣ NO2 ਲੱਗਿਆ ਹੋਇਆ ਹੈਗਾ, ਉਰੇ ਹਾਈਡਰੋਜਨ ਹੈ, ਉਰੇ ਹਾਈਡਰੋਜਨ है, ये दो सेम सिग्नल देंगे, इसमें मैं A रिप्रेजेंट कर देना, उरे हाइड्रोजन है, उरे हाइड्रोजन है, इन्होंने दोनों का दो सेम सिग्नल आएगा, इसमें B दे देना, इसमें B दे देना, तो उरे एक हाइड्रोजन है, ठीक है, इसमें मैं C दे देना। तो इस केस टोटल 3 टाइप के हाइड्रोजन है, तो 3 सिग्नल होंगे। ठीक है, नेक्स्ट क्वेश्चन देखो, हम Cl, ठीक है, ए वाले 2 हाइड्रोजन सेम ने, इसमें मैं A नंबर दे देना, इसमें B दे देना, इसमें C दे देना। ठीक है, इन्हें 3 हाइड्रोजन का सेम सिग्नल, इन्हें 2 हाइड्रोजन का सेम सिग्नल, ਇਹਨਾਂ ਦੋ ਹਾਈਡਰੋਜਨ ਦਾ ਸੇਮ ਸਿਗਨਲ। ਠੀਕ ਹੈ, ਡਿਫਰੈਂਟ ਕਿਉਂ ਆ ਰਹੇ ਨੇ, ਕਿਉਂਕਿ ਕਲੋਰੀਨ ਤੋਂ ਕੀ ਇਹਨਾਂ ਦਾ এনवायरमेंट ਅਲੱਗ-ਅਲੱਗ ਹੋ ਰਿਹਾ ਹੈ। ਇਹ ਪਹਿਲਾ ਕਲੋਰੀਨ ਸਭ ਤੋਂ ক্লোਜ਼, ਫਿਰ ਦੂਰ, ਫਿਰ ਦੂਰ, ਤਾਂ ਇਹਨਾਂ ਦਾ ਕੈਮੀਕਲ এনवायरमेंट ਕੀ ਹੈਗਾ, ਡਿਫਰੈਂਟ ਹੈਗਾ, ਇਸ ਕਰਕੇ ਸਾਰੇ ਡਿਫਰੈਂਟ ਟਾਈਪ ਦੇ ਹਾਈਡਰੋਜਨ ਨੇ। ਤਾਂ ਇਸ ਦਾ ਵੀ ਕਿੰਨੇ ਸਿਗਨਲ ਆ ਜਾਣਗੇ, 3 ਸਿਗਨਲ ਆ ਜਾਣਗੇ। ਤਾਂ ਤੁਸੀਂ ਕੀ ਚੈੱਕ ਕਰਨਾ ਹੈ, ਬੇਸਿਕਲੀ ਕੈਮੀਕਲ এনवायरमेंट ਚੈੱਕ ਕਰਨਾ ਹੈ, ਜਿੰਨੇ ਡਿਫਰੈਂਟ ਕਾਈਂਡਸ ਦੇ ਹਾਈਡਰੋਜਨ ਉਹਨੇ ਕੀ ਆਣਗੇ, ਆਪਣੇ ਕੋਲ ਸਿਗਨਲ ਆਣਗੇ। ਠੀਕ ਹੈ, ਹੁਣ ਮੈਂ ਕਾਫੀ ਸਾਰੇ ਕੁਐਸਚਨ ਦੀ ਪ੍ਰੈਕਟਿਸ ਕਰਵਾ ਚੁੱਕਿਆ ਹਾਂ, ਤੁਸੀਂ ਵੀ ਆਪਦੇ ਐਂਡ ਤੇ ਕੁਐਸਚਨ ਦੀ ਪ੍ਰੈਕਟਿਸ ਕਰਨੀ ਹੈ। ਪਹਿਲਾਂ ਇਹਨਾਂ ਕੁਐਸਚਨ ਨੂੰ ਦੁਬਾਰਾ, ਠੀਕ ਹੈ, ਨੋਟ ਡਾਊਨ ਕਰਨਾ ਹੈਗਾ ਤੇ ਸਾਰੇ ਕੁਐਸਚਨ ਸੋਲਵ ਕਰਨੇ ਨੇ। ਠੀਕ ਹੈ, ਹੁਣ ਨੈਕਸਟ ਆਪਾਂ ਡਿਸਕਸ ਕਰਾਂਗੇ ਡਾਇਆਸਟੀਰੀਓਟ੍ਰੋਪਿਕ ਪ੍ਰੋਟੋਨਸ। ਹੁਣ ਇੱਕ ਗੱਲ ਦੇਖੋ, ਮੇਰੇ ਕੋਲ C ਡਬਲ ਬੌਂਡ C ਹੈਗਾ, ਸਪੋਜ਼ ਚਲੋ ਮੈਂ ਐਗਜ਼ਾਮਪਲ ਲੈਣਾ CH3 CH ਡਬਲ ਬੌਂਡ CH। ਹੁਣ ਇਸ ਕੇਸ 'ਚ ਤੁਹਾਡੇ ਸਿਗਨਲ ਪੁੱਛਿਆ ਜਾਵੇ ਤਾਂ ਕਿੰਨੇ ਆਣਗੇ, ਤਾਂ ਮੈਕਸਿਮਮ ਸਟੂਡੈਂਟਸ ਆਂਸਰ ਹੋਏਗਾ 3। ठीक है, 3 काइंड्स से की आएंगे सिग्नल आएंगे इस केस च, बट 3 काइंड्स की होंगे, गलत आंसर होंगे इसका। देखो स्टूडेंट्स लग रहा है ये दो हाइड्रोजन एक साइड के ने, ये वाला हाइड्रोजन अलग है, तो ये 3 आइडेंटिकल ने, तो 3 टाइप के हाइड्रोजन 3 सिग्नल। बट उरे अपने को कॉन्सैप्ट आता है डायस्टीरियोट्रॉपिक प्रोटॉन्स का। कि डायस्टीरियोट्रॉपिक प्रोटॉन्स की होंगे ने बेसिकली, जिस तरह अपने को C डबल बॉन्ड C है, ठीक है, वो एक हाइड्रोजन लग्या हुआ है, उरे हाइड्रोजन लग्या हुआ है, तो इस वाले कार्बन नाल एक अपने को हाइड्रोजन लग्या हुआ है, एक CH3 लग्या हुआ है। क्लीयर है, ਹੁਣ ਆਪਾਂ ਪਹਿਲਾਂ ਸੋਚ ਰਹੇ ਸੀਗੇ ਕਿ ਇਹ ਵਾਲੇ ਦੋ ਹਾਈਡਰੋਜਨ ਦਾ ਜਿਹੜਾ ਸਿਗਨਲ ਹੈ ਸੇਮ ਆਏਗਾ, ਬਟ ਇਹਨਾਂ ਦਾ ਜਿਹੜਾ ਕੈਮੀਕਲ এনवायरमेंट ਹੈ ਉਹ ਕੀ ਆ ਜਾਂਦਾ, ਡਿਫਰੈਂਟ ਆ ਜਾਂਦਾ ਹੈਗਾ। ਕਿਉਂ ਆ ਜਾਂਦਾ ਹੈਗਾ, ਦੇਖੋ ਹੁਣ ਇਹ ਵਾਲੇ H ਦੇ, ਠੀਕ ਹੈ, ਬਿਲਕੁਲ 6th ਪੋਜੀਸ਼ਨ ਤੇ ਕੀ ਹੈਗਾ, CH3 ਹੈਗਾ, ਇਸ ਵਾਲੇ ਹਾਈਡਰੋਜਨ ਦੇ 6th ਪੋਜੀਸ਼ਨ ਤੇ ਕੀ ਹੈਗਾ, H ਹੈਗਾ, ਤਾਂ ਦੋਹਾਂ ਦਾ ਕੈਮੀਕਲ এনवायरमेंट ਕੀ ਹੋ ਗਿਆ, ਡਿਫਰੈਂਟ ਹੋ ਗਿਆ। ਇਸ ਲਈ ਇਸ ਦਾ ਅਲੱਗ ਸਿਗਨਲ ਆਏਗਾ A, ਇਸ ਦਾ ਅਲੱਗ ਸਿਗਨਲ ਆਏਗਾ B, ਇਸ ਦਾ ਅਲੱਗ ਸਿਗਨਲ ਆਏਗਾ C, ਤੇ ਇਸ ਦਾ ਅਲੱਗ ਸਿਗਨਲ ਆਏਗਾ D। तो टोटल कितने टाइप के हाइड्रोजन हो गए, 4 काइंड्स के हाइड्रोजन हो गए। इस तरह का क्वेश्चन ਤੁਹਾਡੇ पेपर के अंदर पूछा जा चुका है, तो इस तरह के हाइड्रोजन ਨੂੰ ਆਪਾਂ ਕੀ ਬੋਲ ਦਾਂਗੇ, डायस्टीरियोट्रॉपिक प्रोटॉन्स, डायस्टीरियोट्रॉपिक प्रोटॉन्स। ठीक है, बस उरे स्टूडेंट ਨੂੰ ਕੀ ਕਨਫਿਊਜ਼ਨ ਹੋ ਸਕਦਾ ਸੀਗਾ ਕਿ ਇਹ ਵਾਲੇ ਦੋ ਹਾਈਡਰੋਜਨ ਕੀ ਨੇਗੇ, ਸੇਮ ਨੇ, ਬਟ ਇਹ ਦੋ ਹਾਈਡਰੋਜਨ ਸੇਮ ਨਹੀਂ ਹੁੰਦੇ ਇਨ ਕੇਸ ਆਫ ਜਿਓਮੈਟ੍ਰੀਕਲ ਆਈਸੋਮਰਸ। ਠੀਕ ਹੈ, ਇਹਨਾਂ ਨੂੰ ਆਪਾਂ ਬੇਸਿਕਲੀ ਕੀ ਬੋਲ ਦਾਂਗੇ, ਜਿਓਮੈਟ੍ਰੀਕਲ ਆਈਸੋਮਰਸ
इन टर्म्स ऑफ, ठीक है, स्टीरियोकेमिस्ट्री। ठीक है, नैक्सट देखो ਆਪਾਂ प्रीवियस ईयर ਦਾ क्वेश्चन करते हैं। देखो ਤੁਹਾਡਾ प्रीवियस ईयर ਦਾ क्वेश्चन हैगा CH3 CH डबल बॉन्ड CH2। ठीक है, मैक्सिमम स्टूडेंट इसका आंसर 3 काइंड्स टिक करके आए होंगे, बट इसका आंसर 3 काइंड्स नहीं आना सी, 4 काइंड्स आना सी, बिकॉज इस केस की अपने को डायस्टीरियोट्रॉपिक प्रोटॉन्स प्रेजेंट नहीं। ठीक है, इसका आंसर आना सी ऑप्शन नंबर ए। जिन्होंने ए वाला क्वेश्चन समझ आ गया, ठीक है, उन्होंने ए वाला क्वेश्चन अटैम्प्ट करना है। C डबल बॉन्ड C H H उरे Cl ਦਿੱਤਾ ਹੈਗਾ ਤੇ ਉਰੇ H ਦਿੱਤਾ ਹੈਗਾ, ਤਾਂ ਇਸ ਕੇਸ 'ਚ ਕਿੰਨੇ ਹਾਈਡਰੋਜਨ ਹੋਣਗੇ ਆਪਣੇ ਕੋਲ। ਠੀਕ ਹੈ, ਜਿਨ੍ਹਾਂ ਦਾ ਆਂਸਰ ਹੈ 2 ਉਹ ਗਲਤ ਨੇ, ਜਿਨ੍ਹਾਂ ਦਾ ਆਂਸਰ ਹੈ 3 ਸਿਗਨਲਸ ਉਹ ਬਿਲਕੁਲ ਸਹੀ ਨੇ। ਤੇ ਇਸ ਕੇਸ 'ਚ ਕਿੰਨੇ ਸਿਗਨਲ ਆਣਗੇ ਆਪਣੇ ਕੋਲ, 3 ਸਿਗਨਲਸ ਆ ਜਾਣਗੇ। ਹੁਣ ਆਪਾਂ ਡਿਸਕਸ ਕਰਦੇ ਹਾਂ ਸੈਕੰਡ ਕਾइंड ਦੀ। ਠੀਕ ਹੈ, ਹੁਣ ਆਪਾਂ ਨੇ ਇੱਕ ਕਨਸੈਪਟ ਦਾ ਸਿੱਖ ਲਿਆ ਜਿਸ ਦੇ ਬੇਸ ਤੇ ਪ੍ਰੀਵੀਅਸ ਈਅਰ 'ਚ ਕੁਐਸਚਨ ਆਇਆ ਹੋਇਆ ਹੈ। ਠੀਕ ਹੈ, ਡਾਇਸਟੀਰਿयोट्रॉपिक प्रोटॉन्स ਦਾ ਸੈਕੰਡ ਕਨਸੈਪਟ ਹੁੰਦਾ ਹੈ। ਦੇਖੋ ਹੁਣ ਦੇਖੋ ਆਪਣੇ ਕੋਲ ਜਿਹੜਾ ਆਪਣੇ ਕੋਲ ਇਸ ਤਰ੍ਹਾਂ ਦਾ ਮੋਲੀਕਿਊਲ ਹੈ ਜਿਸ 'ਚ ਆਪਾਂ ਸਿਗਨਲ ਕਾਊਂਟ ਕਰੀਏ। ਠੀਕ ਹੈ, ਇਹ ਇੱਕ ਟਾਈਪ ਦਾ ਇਹ ਹੋ ਜਾਣਗੇ A टाइप, ठीक है, दूसरे टाइप का ए वाला हाइड्रोजन B टाइप, ठीक है, तीसरे टाइप का ए वाला प्रोटोन, ठीक है, C टाइप। ठीक है, इन्होंने दोनों ਆਪਾਂ आइडेंटिकल मान ਲਾਂਗੇ D टाइप। ठीक है, तो आप आंसर टिक कर देंगे 4 काइंड्स, ਜਿਹੜਾ कि गलत हो जाएगा। क्यों गलत होएगा वो भी सीखो कॉन्सैप्ट। ਹੁਣ देखो मैंने मॉलिक्यूल की बनाएगा CH3 CH CHO CH2 Cl। ਹੁਣ ਇਸ ਕੇਸ 'ਚ ਕੀ ਹੋ ਗਿਆ ਆਪਣੇ ਕੋਲ ਇੱਕ ਕਾਇਰਲ ਸੈਂਟਰ ਜਨਰੇਟ ਹੋ ਗਿਆ। ठीक है, इस मॉलिक्यूल के अंदर की एक कायरल सेंटर है, ये कायरल सेंटर किहड़ा है ए वाला। ਹੁਣ ਕਾਇਰਲ ਸੈਂਟਰ ਕੀ ਹੁੰਦਾ ਹੈਗਾ, ਇੱਕ ਅਜਿਹਾ ਮੋਲੀਕਿਊਲ ਜਾਂ ਅਜਿਹਾ ਕਾਰਬਨ ਜਿਸ ਦੇ ਚਾਰੋਂ ਤਰਫ ਕੀ ਹੋਣ ਡਿਫਰੈਂਟ ਗਰੁੱਪਸ ਹੋਣ। ਹੁਣ ਇੱਕ ਤਰਫ ਦਾ CH3 ਲੱਗਾ ਹੋਇਆ ਹੈ, ਇੱਕ ਐਲਡੀਹਾਈਡ ਗਰੁੱਪ ਲੱਗਾ ਹੋਇਆ ਹੈ, ਇੱਕ CH2Cl ਗਰੁੱਪ ਲੱਗਾ ਹੋਇਆ ਹੈ ਤੇ ਇੱਕ ਹਾਈਡਰੋਜਨ, ਮਤਲਬ ਚਾਰੇ ਹਾਈਡਰੋਜਨ ਕੀ ਨੇ, ਚਾਰੇ ਜਿਹੜੇ ਗਰੁੱਪਸ ਨੇ ਡਿਫਰੈਂਟ ਲੱਗੇ ਹੋਏ ਨੇ। ਤਾਂ ਇਹ ਵਾਲਾ ਸੈਂਟਰ ਕੀ ਹੋਗਾ ਕਾਇਰਲ ਸੈਂਟਰ। ਜਿਹੜੇ ਕਾਇਰਲ ਸੈਂਟਰ ਦੇ ਨਾਲ ਦੋ ਹਾਈਡਰੋਜਨ ਲੱਗੇ ਹੋਣਗੇ, ਠੀਕ ਹੈ, ਇਹ ਵਾਲੇ ਦੋ ਹਾਈਡਰੋਜਨ, ਇਹਨਾਂ ਨੂੰ ਆਪਾਂ ਬੋਲਦੇ ਹਾਂ ਡਾਇਸਟੀਰਿयोट्रॉपिक प्रोटॉन्स। ठीक है, इन्हों की बोलते हैं डायस्टीरियोट्रॉपिक प्रोटॉन्स। तो इन्हों का भी की आएगा डिफरेंट सिग्नल आएगा। तो टोटल सिग्नल कितने आने सी इस केस 'ਚ 5 आने सी। टोटल सिग्नल कितने आने सीगे 5 आने सी। ठीक है, ਜਿਹੜੇ ਕਾਇਰਲ ਸੈਂਟਰ ਦੇ ਨਾਲ ਦੋ ਹਾਈਡਰੋਜਨ ਹੋਣਗੇ, ਹੁਣ ਇਹ ਤਿੰਨ ਹਾਈਡਰੋਜਨ ਹੋਣਾ ਕਨਫਿਊਜ਼ ਹੋ ਜਾਈਏ, ਇਹਨਾਂ ਦਾ ਇੱਕ ਸਿਗਨਲ ਹੀ ਆਏਗਾ, ਬਟ ਜਿਹੜੇ ਦੋ ਹਾਈਡਰੋਜਨ ਹੋਣਗੇ ਇਹਨਾਂ ਦਾ ਕੀ ਆਏਗਾ अलग-अलग सिग्नल आएगा। मतलब टोटल कितने सिग्नल आएंगे 5 सिग्नल आएंगे। इस तरह के प्रोटॉन्स ਨੂੰ ਆਪਾਂ ਬੋਲਦੇ ਹਾਂ ਡਾਇਸਟੀਰਿयोट्रॉपिक प्रोटॉन्स। ਠੀਕ, ਨੈਕਸਟ ਕੁਐਸਚਨ ਤੁਸੀਂ ਅਟੈਂਪਟ ਕਰੋ ਵੀਡੀਓ ਨੂੰ ਪਾਜ਼ ਕਰਕੇ। ਹੁਣ ਦੇਖੋ ਜਿਨ੍ਹਾਂ ਨੂੰ ਡਾਇਸਟੀਰਿयोट्रॉपिक प्रोटॉन्स ਦਾ ਕਨਸੈਪਟ ਕਲੀਅਰ ਹੋ ਗਿਆ, ਉਹਨਾਂ ਨੇ ਦੋ ਕੁਐਸਚਨ ਅਟੈਂਪਟ ਕਰਨੇ ਨੇ। ਠੀਕ ਹੈ, ਨਾ ਦੋ ਕੁਐਸਚਨ ਨੂੰ ਮੈਂ ਟੈਸਟ ਦੇ ਅੰਦਰ ਡਿਸਕਸ ਕਰਾਂਗਾ। ਠੀਕ ਹੈ, ਆਈ ਹੋਪ ਤੁਹਾਨੂੰ ਨਾ ਕਨਸੈਪਟ ਕਲੀਅਰ ਆ ਗਿਆ ਹੋਣਾ ਕਿ ਡਾਇਸਟੀਰਿयोट्रॉपिक प्रोटॉन्स ਨੂੰ ਧਿਆਨ ਰੱਖਣਾ ਹੈਗਾ। ਜਦੋਂ ਵੀ ਕਾਇਰਲ ਸੈਂਟਰ ਆਏਗਾ ਉਸ ਦੇ ਨਾਲ ਵਾਲੇ ਦੋ ਜਿਹੜੇ ਹਾਈਡਰੋਜਨ ਹੁੰਦੇ ਨੇ, ਸਿਰਫ ਦੋ ਹਾਈਡਰੋਜਨ ਕੀ ਹੁੰਦੇ ਨੇ ਡਿਫਰੈਂਟ ਨੇਚਰ ਦੇ ਹੁੰਦੇ ਨੇ। ठीक है, ਹੁਣ तक अपन की डिस्कस कर लिया, नंबर ऑफ सिग्नल्स कढ़ना अपन ने सीख लिया। ठीक है, नंबर ऑफ सिग्नल्स तो बाद ਆਪਾਂ सब तो इंपॉर्टेंट टॉपिक ਹੁੰਦਾ ਜਿਹੜਾ डेट इज स्प्लिटिंग ऑफ सिग्नल। ठीक है, वो भी डिस्कस करांगे नैक्सट ਲੈਕਚਰ ਦੇ ਅੰਦਰ। बट उस तो पहले ਆਪਾਂ ਇੱਕ इंपॉर्टेंट टॉपिक डिस्कस ਕਰਦੇ ਹਾਂ ਜਿਸ ਨੂੰ ਆਪਾਂ ਬੋਲਦੇ ਹਾਂ ਕੈਮੀਕਲ ਸ਼ਿਫਟ। ਹੁਣ ਇਹ ਕੈਮੀਕਲ ਸ਼ਿਫਟ ਕੀ ਹੁੰਦਾ ਹੈਗਾ ਬੇਸਿਕਲੀ। ਠੀਕ, ਕੈਮੀਕਲ ਸ਼ਿਫਟ ਰਿਪਰੈਜ਼ੈਂਟ ਕਰਦਾ ਹੈ ਪੋਜੀਸ਼ਨ ਆਫ ਸਿਗਨਲ ਨੂੰ। ਹੁਣ ਆਪਣੇ ਕੋਲ ਦੋ ਸਿਗਨਲ ਆਏ, ਤਿੰਨ ਸਿਗਨਲ ਆਏ ਕਿਸੇ ਕੰਪਾਊਂਡ ਦੇ ਅੰਦਰ, ਉਸ ਸਿਗਨਲ ਨੂੰ ਆਪਾਂ ਸ਼ੋ ਕਰਦੇ ਹਾਂ ਇਨ ਦਾ ਫਾਰਮ ਆਫ ਗ੍ਰਾਫ। ठीक है, जी पोजीशन रिप्रजेंट करते हैं उसको आप बोलते हैं कैमिकल शिफ्ट। हूँ कैमिकल शिफ्ट का की मतलब है, हूँ आप किसी रैफरेंस कंपाउंड के विद रिस्पैक्ट टू ग्राफ बनाएंगे, उस रैफरेंस कंपाउंड को आप बोल देंगे TMS। ये TMS का की मतलब होता है टेट्रा मिथाइल सिलीन। ठीक है, और मैं स्ट्रक्चर गलत बना गया और सिलिकॉन आएगा। ठीक है, टेट्रा मिथाइल सिलीन। ठीक है, एक सिलिकॉन के नाल 4 की लगे होंगे अपने को मिथाइल ग्रुप्स लगे होंगे ने, इसको आप बोलते हैं TMS। ठीक है, हूँ TMS का की फायदा अपने को, हूँ देखो चारे जो हाइड्रोजन है, ठीक है ना, तीन हाइड्रोजन ये तीन ये तीन ये 12 हाइड्रोजन की नेगे सेम नेगे, 12 हाइड्रोजन की नेगे सेम नेचर देने। तो TMS का सिग्नल तो आपको बिल्कुल एक अलग सा शार्प मिलेगा, एक अलग जा लंबा जा सिग्नल मिल जाएगा। उसकी जी डेल्टा वैल्यू होंगी है उसको आप सैट कर लेना एट 0। तो डेल्टा की होंगे अपने को कैमिकल शिफ्ट, डेल्टा की होंगे अपने को कैमिकल शिफ्ट। तो आपने अज्यूम कर रखा है कि जो कैमिकल शिफ्ट है टैट्रा मिथाइल सिलीन डेट TMS का कितना है 0 है। ਹੁਣ ਇਸ ਦੇ ਰਿਸਪੈਕਟ 'ਚ ਆਪਾਂ ਬਾਕੀ ਸਾਰੇ ਹਾਈਡਰੋਜਨ ਦੀ ਕੀ ਕਰ ਦਿਆਂਗੇ ਸਿਗਨਲਸ ਨੂੰ ਮੈਜ਼ਰ ਕਰਦੇ ਹਾਂ ਜਿਸ ਤਰ੍ਹਾਂ ਇਸ ਤਰ੍ਹਾਂ। ਠੀਕ ਹੈ, ਇਨ ਦਾ ਫਾਰਮ ਆਫ ਕੈਮੀਕਲ ਸ਼ਿਫਟ। ਤੇ ਕੈਮੀਕਲ ਸ਼ਿਫਟ ਨੂੰ ਆਪਾਂ ਰਿਪਰੈਜ਼ੈਂਟ ਕਰਦੇ ਇਨ ਦਾ ਫਾਰਮ ਆਫ PPM, ਇਨ ਦਾ ਫਾਰਮ ਆਫ PPM। ਹੁਣ ਦੇਖੋ ਕੈਮੀਕਲ ਸ਼ਿਫਟ ਹੁੰਦਾ ਕੀ ਹੈਗਾ, ਉਸ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਆਪਾਂ ਟੈਟਰਾ ਮਿਥਾइल सिलीन ਨੂੰ ਕਿਉਂ ਯੂਜ਼ ਕਰ ਦਿਆਂਗੇ। ਪਹਿਲੀ ਗੱਲ ਇਹ ਇਨਰਟ ਹੁੰਦਾ ਹੈਗਾ, ਤੇ ਇਨਰਟ ਦਾ ਕੀ ਮਤਲਬ ਜਿਹੜਾ ਆਪਣਾ ਸੈਂਪਲ ਹੈ ਉਸ ਨਾਲ ਰਿਐਕਟ ਨਹੀਂ ਕਰੇਗਾ, ਵੋਲਾਟਾਈਲ ਹੁੰਦਾ ਹੈਗਾ। ਤੇ ਵੋਲਾਟਾਈਲ ਮਤਲਬ ਛੇਤੀ ਪੇਪਰ ਬਣ ਜਾਂਦੇ ਨੇ। ਹੁਣ ਆਪਾਂ ਨੇ ਆਪਣੇ ਸੋਲੂਸ਼ਨ 'ਚ ਪਾਇਆ ਇਸ ਨੂੰ,
ठीक है ਆਪਾਂ ਨੇ ਸੈਂਪਲ ਲਿਆ ਆਪਣਾ NMR ਡਾਟਾ ਲਿਆ ਤੇ ਉਸ ਤੋਂ ਬਾਅਦ ਇਸ ਨੂੰ ਆਪਾਂ ਈਜ਼ੀਲੀ ਥੋੜਾ ਜਿਹਾ ਟੈਂਪਰੇਚਰ ਕੀ ਹੋ ਜੂਗਾ ਇਹ वेपराइज हो जाएगा वोलेटाइल नेचर ਦਾ ਤੇ 12 ਪ੍ਰੋਟੋਨਸ ਕੀ ਨੇ ਆਇਡੈਂਟੀਕਲ ਨੇਗੇ ਜਿਸ ਕਰਕੇ ਜਿਹੜਾ ਆਪਣੇ ਕੋਲ ਸਿਗਨਲ ਦੀ ਹਾਈਟ ਹੈਗੀ ਉਹ ਅਲੱਗ ਤੋਂ ਹੀ ਨਜ਼ਰ ਆਏਗੀ ਠੀਕ ਹੈ ਹੁਣ ਜੇ ਬਾਕੀ ਸਿਗਨਲ ਛੋਟੇ ਛੋਟੇ ਹਾਈਟਸ ਦੇ ਨੇ TMS ਦਾ ਸਿਗਨਲ ਤਾਂ ਅਲੱਗ ਤੋਂ ਹੀ ਦਿਖੇਗਾ ਤਾਂ ਉਸ ਦੇ ਰਿਸਪੈਕਟ 'ਚ ਆਪਾਂ ਕੀ ਕੱਢ ਸਕਾਂਗੇ ਬਾਕੀ ਕੰਪਾਊਂਡ ਦੇ ਸਿਗਨਲ ਕੱਢ ਸਕਾਂਗੇ ਹੁਣ ਐਕਚੁਅਲ ਜੋ ਕੈਮੀਕਲ ਸ਼ਿਫਟ ਹੁੰਦਾ ਕੀ ਹੈਗਾ ਇਸ ਦਾ ਮਤਲਬ ਸਮਝੋ ਠੀਕ ਕੈਮੀਕਲ ਸ਼ਿਫਟ ਦਾ ਮਤਲਬ ਹੁੰਦਾ ਹੈਗਾ ਆਪਣੇ ਕੋਲ ਠੀਕ ਕੈਮੀਕਲ ਸ਼ਿਫਟ ਨੂੰ ਆਪਾਂ ਹਮੇਸ਼ਾ ppm ਦੇ ਅੰਦਰ ਰਿਪਰੈਜ਼ੈਂਟ ਕਰਦੇ ਹਾਂ ਠੀਕ ਹੈ ਇਸ ਨੂੰ ਆਪਾਂ ਕਹਿੰਦੇ ਹਾਂਗੇ ਪ੍ਰੋਸੈਸ਼ਨਲ ਫ੍ਰੀਕੁਐਂਸੀ ਪੜ੍ਹੀ ਸੀ ਆਪਣੇ ਪ੍ਰੋਸੈਸ਼ਨਲ ਫ੍ਰੀਕੁਐਂਸੀ ਆਫ ਪ੍ਰੋਟੋਨ ठीक है प्रोटोन जिसनों आप इन्वेस्टिगेट कर रहे हैं मतलब जिसकी आप स्टडी कर रहे हैं माइनस प्रोसेशनल फ्रीक्वेंसी ऑफ TMS ओवर ठीक है मेगाहर्ट्ज के अंदर लेना अपने न्यू ऑपरेशनल फ्रीक्वेंसी ठीक है ये इसनों आप की कहने हैं ऑपरेशनल फ्रीक्वेंसी ऑफ NMR ठीक है इस फॉर्मूले में ध्यान समझना तुसी ठीक है डेल्टा PPM का की मतलब हैगा म्यू प्रोसेशनल फ्रीक्वेंसी ऑफ हाइड्रोजन जिसनों आप स्टडी कर रहे हैं माइनस म्यू प्रोसेशनल फ्रीक्वेंसी ऑफ TMS ओवर ठीक है अपने को की है NMR ठीक है NMR किस फ्रीक्वेंसी ਤੇ ਵਰਕ ਕਰ ਰਹੇਗਾ ਠੀਕ ਹੈ ਉਸ ਨੂੰ ਆਪਾਂ ਲੈਣਾ ਹੈ ਮੈਗਾਹਰਟਜ਼ ਚ ਹੁਣ ਦੇਖੋ ਆਪਣੇ ਕੋਲ ਜਿਹੜੇ NMR ਹੁੰਦੇ ਨੇ ਉਹ ਮੈਗਾਹਰਟਜ਼ ਦੀ ਫਾਰਮ 'ਚ ਕੰਮ ਕਰਦੇ ਨੇ ਠੀਕ ਹੈ 300 ਮੈਗਾਹਰਟਜ਼ ਦਾ ਠੀਕ ਹੈ 600 ਮੈਗਾਹਰਟਜ਼ ਦਾ ਆਪਣੇ ਕੋਲ NMR ਇਸ ਤਰ੍ਹਾਂ ਹੁੰਦੇ ਨੇ ਆਪਣੇ ਕੋਲ NMR ਬਟ ਜਿਹੜਾ ਸ਼ਿਫਟ ਹੁੰਦਾ ਹੈਗਾ ਮਤਲਬ ਚੇਂਜ ਇਨ ਪੀਕ ਹੁੰਦਾ ਹੈ ਮਤਲਬ ਪੀਕ ਦੀ ਜਿਹੜੀ ਵੈਲਿਊ ਹੁੰਦੀ ਹੈ ਜਿਹੜਾ ਦੋ ਸਿਗਨਲਸ ਦੇ ਵਿੱਚ ਗੈਪ ਹੁੰਦਾ ਇਸ ਨੂੰ ਆਪਾਂ ਰਿਪਰੈਜ਼ੈਂਟ ਕਰਦੇ ਹਰਟਜ਼ ਦੀ ਫਾਰਮ 'ਚ ਠੀਕ ਹੈ ਤਾਂ ਹੁਣ ਆਪਣੇ ਕੋਲ ਜਿਹੜਾ ਆਪਣੇ ਕੋਲ ਗੈਪ ਹੁੰਦਾ ਹੈਗਾ ਮਤਲਬ ਸਿਗਨਲ ਹੁੰਦਾ ਹਰਟਜ਼ ਦੀ ਫਾਰਮ 'ਚ ਹੁੰਦਾ ਜਿਹੜਾ ਆਪਣਾ NMR ਵਰਕ ਕਰਦਾ ਉਹ ਮੈਗਾਹਰਟਜ਼ ਦੀ ਫਾਰਮ 'ਚ ਵਰਕ ਕਰਦਾ ਹੈ ਇਸ ਲਈ ਆਪਾਂ ਇਸ ਨੂੰ ਜਿਹੜਾ ਸਿਗਨਲ ਹੈ ਉਸ ਨੂੰ PPM ਦੀ ਫਾਰਮ 'ਚ ਲੈ ਲੈਂਦੇ ਹਾਂ ਕਿਸ ਦੀ ਫਾਰਮ 'ਚ ਲੈ ਲੈਂਦੇ ਹਾਂ PPM ਦੀ ਫਾਰਮ 'ਚ ਹੁਣ ਜਿਹੜੇ ਸਟੂਡੈਂਟਸ ਨੂੰ ਕੁਝ ਵੀ ਕਲੀਅਰ ਨਹੀਂ ਹੋਇਆ ਠੀਕ ਹੈ ਉਹ ਇੱਕ ਫਾਰਮੂਲਾ ਯਾਦ ਰੱਖਣ ਸਿੰਪਲ ਡੈਲਟਾ PPM ठीक है डेल्टा PPM मतलब केमिकल शिफ्ट मुझे PPM के अंदर कैलकुलेट करना है तो ऊपर की लेना है केमिकल शिफ्ट इन हर्ट्स ओवर म्यू ऑपरेशनल फ्रीक्वेंसी इन मेगाहर्ट्स ठीक की मतलब होया अपने को जी डेल्टा PPM के अंदर कन्वर्ट करना अपने क्योंकि डेल्टा PPM के अंदर होंगे ऊपर लो डेल्टा हर्ट्स ठीक है नीचे लो म्यू ऑपरेशनल फ्रीक्वेंसी इन मेगाहर्ट्स मतलब जिस फ्रीक्वेंसी से अपना NMR वर्क कर रहे ठीक है जी ये फॉर्मूला भी तुम याद रख लेना ਤੁਹਾਡਾ ਪੂਰਾ ਕੈਮੀਕਲ ਸ਼ਿਫਟ ਦਾ ਕਨਸੈਪਟ ਕਲੀਅਰ ਹੋ ਜਾਏਗਾ ਹੁਣ ਦੇਖੋ ਇਸ ਤੇ ਬੇਸ ਕੁਐਸਚਨ ਕਰ ਦੇਂਗੇ ਠੀਕ ਹੈ ਇਹ ਕੁਐਸਚਨ ਆਇਆ ਸੀ ਤੁਹਾਡੇ ਮੈਰੀਟੋਰੀਅਸ ਲੈਕਚਰਰ ਦੇ ਅੰਦਰ ਠੀਕ ਹੈ ਇਸ ਦਾ ਸੋਲੂਸ਼ਨ ਕਿਵੇਂ ਕਰਾਂਗੇ ਆਪਾਂ ਹੁਣ ਦੇਖੋ ਤੁਹਾਨੂੰ ਉੱਤੇ ਇੱਕ ਕੰਪਾਊਂਡ ਸ਼ੋ ਪ੍ਰੋਟੋਨ NMR ਪੀਕ ਐਟ 240 ਹਰਟਜ਼ ਠੀਕ ਹੈ ਮਤਲਬ ਡੈਲਟਾ ਵੈਲਿਊ ਤੇ ਕਿਸ ਚ ਹਰਟਜ਼ 240 ਹਰਟਜ਼ ਤੇ ਆਪਣੇ ਕੋਲ ਸਪੈਕਟਰਸ ਜਿਹੜਾ ਮੀਟਰ ਆਪਣਾ ਉਹ ਕਿੱਥੇ ਵਰਕ ਕਰੇਗਾ 60 ਮੈਗਾਹਰਟਜ਼ मतलब न्यू ऑपरेशनल फ्रीक्वेंसी कितनी थी 60 ਮੈਗਾਹਰਟਜ਼ तो अपने को डेल्टा इन PPM का की फॉर्मूला होंगे ठीक है डेल्टा इन हर्ट्स ओवर म्यू ऑपरेशनल फ्रीक्वेंसी इन मेगाहर्ट्स ठीक है तब कितनी आ जाएगी वैल्यू 240 डिवाइड बाय 60 ठीक है डेट इज 4 ppm ठीक है कितना आंसर आ जाएगा अपने को 4 ppm आ जाएगा बट ऑप्शन के अंदर 4 ppm कितने भी नहीं दिता हूँ देखो जी ऑप्शन के अंदर 4 ppm देन दा स्टूडेंट्स ने 4 ppm ही टिक कराना सी बट उसने पूछे इन फॉर्म ऑफ टॉ ठीक जो भी अपन टॉ की फॉर्म से रिप्रेजेंट करना है तो आप जो PPM की वैल्यू है उसमें मतलब डेल्टा की वैल्यू 10 चो माइनस करके लिखना 10 माइनस डेल्टा ठीक है टॉ तो डेल्टा की रिलेशन होता है टॉ इज इक्वल टू 10 माइनस डेल्टा तो टॉ की फॉर्म कितना आ जाएगा 10 माइनस 4 डेट इज 6 ppm ठीक है तो इसका करैक्ट आंसर कितना आना सीगा 6 ppm आना सीगा ठीक है ध्यान रखियो वैसे मोस्टली डेल्टा की फॉर्म च ही पूछता है ये मैक्सिमम 99% डेल्टा की फॉर्म च पूछेगा बट उरे टॉ की फॉर्म च पूछ लिया उसने तो आपने 10 माइनस डेल्टा करके लिखना होंगे तो इसका करैक्ट आंसर बनना सी ऑप्शन नंबर डी ਹੁਣ देखो आप केमिकल शिफ्ट ਨੂੰ थोड़ा डिटेल च पढ़ देंगे ਹੁਣ ਆਪਾਂ ਨੇ केमिकल शिफ्ट ਦਾ देख लिया कि किसी प्रोटोन का की आएगा सिग्नल आएगा ठीक है विद रिस्पेक्ट टू TMS ਹੁਣ किस दी वैल्यू किससे लाई करेगी ठीक है इसलिए अपन वैल्यूज का थोड़ा बहुत आइडिया होना चाहिए ठीक है ना थोड़ा बहुत आइडिया होना चाहिए वैल्यूज का थोड़े बहुत आप कॉन्सैप्चुअली इन्होंने सीखांगे ਹੁਣ देखो मैं कुछ वैल्यूज लिख रखे ने ठीक है ये वैल्यूज तो डेफिनेटली याद हो जाएंगे जो क्वेश्चन को सॉल्व करना चाहते होगे ठीक है देखो मेरे को जो प्राइमरी अल्कोहल है सॉरी प्राइमरी हाइड्रोजन है जिस तरह मेरे को मीथेन कोई भी हाइड्रोजन लगा हुआ है इसमें आप बोलेंगे प्राइमरी हाइड्रोजन तो प्राइमरी हाइड्रोजन की वैल्यू होंगी PPM के अंदर वो होंगी है अराउंड 0.9 ppm ठीक है होंगी है 0.9 ppm ठीक है सेकेंडरी हाइड्रोजन की हम देखो ये वाला हाइड्रोजन की होगा सेकेंडरी हो गया तो इसकी वैल्यू होंगी है 1.3 ppm जो टर्शरी होंगे
उसकी होंगी 1.7 ppm। ठीक है, 3 तरह के अपने को हाइड्रोजन की वैल्यूज याद हो गई, प्राइमरी हाइड्रोजन, सैकेंडरी हाइड्रोजन, टर्सरी हाइड्रोजन। ठीक है, हुण देखो अपने को प्राइमरी हाइड्रोजन की कितनी है 0.9 ਆਪਾਂ ਸਿੱਖੀ ਹੈ। ਹੁਣ ਜੇ ਆਪਣੇ ਕੋਲ ਹਾਈਡਰੋਜਨ ਡਬਲ ਬੌਂਡ ਨਾਲ ਅਟੈਚ ਹੈਗਾ ਤਾਂ ਉਸ ਦੀ ਵੈਲਿਊ ਹੁੰਦੀ ਹੈ 4.5 ਤੋਂ 6.5 ppm ਤੱਕ। ਜੇ ਟ੍ਰਿਪਲ ਬੌਂਡ ਨਾਲ ਅਟੈਚ ਹੈਗਾ ਤਾਂ 2 ppm। ਤਾਂ ਆਰਡਰ ਕੀ ਬਣ ਜਾਏਗਾ, ਡੈਲਟਾ ਬੀ ਸਭ ਤੋਂ ਹਾਈਐਸਟ, ਮਤਲਬ ਜਿਹੜਾ ਕੈਮੀਕਲ ਸ਼ਿਫਟ ਹੈਗਾ ਉਹ ਡਬਲ ਬੌਂਡ ਵਾਲਾ ਦਾ ਸਭ ਤੋਂ ਹਾਈਐਸਟ, ਫਿਰ ਸੀ ਦਾ, ਫਿਰ ਏ ਦਾ। ਠੀਕ ਹੈ, ਇਹ ਵੈਲਿਊਜ਼ ਵੀ ਯਾਦ ਰੱਖਣਾ ਤੁਸੀਂ। ਤੇ ਇੱਕ ਐਲਡੀਹਾਈਡ ਵਾਲਾ ਜਿਹੜਾ ਪ੍ਰੋਟੋਨ ਹੁੰਦਾ ਹੈਗਾ ਇਸ ਦੀ ਪੀਪੀਐਮ ਦੀ ਵੈਲਿਊ ਹੁੰਦੀ ਹੈ 9 ppm ਤੋਂ 10 ppm। ਤੇ ਇੱਕ ਜਿਹੜਾ ਆਪਣੇ ਕੋਲ ਬੈਂਜ਼ੀਨ ਦੇ ਨਾਲ ਹਾਈਡਰੋਜਨ ਲੱਗੇ ਹੁੰਦੇ ਨੇਗੇ 6, ਇਹਨਾਂ ਦੀ ਵੈਲਿਊ ਹੁੰਦੀ ਹੈ ਆਪਣੇ ਕੋਲ 6.5 ppm ਤੋਂ ਲੈ ਕੇ 8.5 ppm ਤੱਕ। ਠੀਕ ਹੈ, ਜਸਟ ਆਈਡੀਆ ਲੈਣਾ ਵੈਲਿਊਜ਼ ਦਾ। ਠੀਕ ਹੈ, ਜ਼ਿਆਦਾ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ, ਬਸ ਇਸ 'ਚ ਤੁਸੀਂ ਥੋੜਾ ਬਹੁਤ ਆਈਡੀਆ ਰੱਖਿਓ, ਕੁਐਸਚਨ ਈਜ਼ੀਲੀ ਸੋਲਵ ਹੋਏਗਾ। ਠੀਕ ਹੈ, ਅੱਜ ਤੱਕ ਮੈਰੀਟੋਰੀਅਸ 'ਚ ਵੀ ਨਹੀਂ ਪੁੱਛਿਆ ਗਿਆ ਕਦੇ ਵੀ, ਤੇ ਨਾ ਹੀ ਮਾਸਟਰ ਕੈਡਰ ਦੇ ਅੰਦਰ, ਸਿਰਫ ਇੱਕ ਵਾਰ ਮੈਰੀਟੋਰੀਅਸ ਦੇ ਅੰਦਰ ਪੁੱਛਿਆ ਗਿਆ ਸੀ ਇਹਨਾਂ ਵੈਲਿਊਜ਼ ਦਾ ਯੂਜ਼ ਕਰਕੇ। ਤਾਂ ਥੋੜਾ ਜਿਹਾ ਰਫ ਵੈਲਿਊਜ਼ ਨੇ, ਇਹਨਾਂ ਨੂੰ ਯਾਦ ਕਰਿਓ। ਠੀਕ ਹੈ, ਵੈਲਿਊਜ਼ ਦਾ ਮਤਲਬ ਕੀ ਹੈਗਾ, ਜਿਸ ਤਰ੍ਹਾਂ ਆਪਣੇ ਕੋਲ ਕੋਈ ਵੈਲਿਊ ਹੁੰਦੀ ਹੈ ਆਪਣੇ ਕੋਲ, ठीक है, सपोज अपने को कोई वैल्यू आई, ठीक है, टीएमएस का मेरे को सिग्नल है, टीएमएस का प्रोटोन, और सपोज 0.9 ppm तो कोई वैल्यू आई मेरे को। ठीक है, तो आपको पता लग जाएगा कोई प्राइमरी हाइड्रोजन प्रेजेंट है। ठीक है, जो कोई ज़्यादा तो वैल्यू आई, ठीक है 8 to 10 आई, तो आप समझ लेंगे एल्डिहाइड के नाल लगे प्रोटोन है। इस तरह आप किसी भी जो प्रोटोन है मतलब स्ट्रक्चर को डिटरमाइन कर सकते हैं यूजिंग द एनएमआर डाटा। ठीक है, यही काम होंगे किसका, अपना कैमिकल शिफ्ट का, कि वो पोजीशन दसदा है। ये अपने को रेफरेंस वैल्यूज हैगियां नेगियां, उस नाल आपां मैच करके पता कर सकते हैं कि किस टाइप का हाइड्रोजन प्रेजेंट है। फिर उस तो अपन को इन्फॉर्मेशन मिल जाएगी कि केड़ा फंक्शनल ग्रुप भी प्रेजेंट है। ठीक है, तो आप इकट्ठे आईआर एनएमआर कंपाउंड से करवाने होंगे सो दैट अपन पता चल सके जो अपना कंपाउंड बनेगा उसके अंदर किस तरह के फंक्शनल ग्रुप्स प्रेजेंट ने। हुण देखो, चलो अपने रफ आइडिया ले लिया वैल्यूज का, देखो रे। ठीक है ना, हुण इसके बेस क्वेश्चन कर देंगे। ठीक है, क्वेश्चन तुहाडी स्क्रीन के सामने हैगा, इसनूं अटैम्प्ट करो वीडियो नूं पाउज करके। हुण देखो इस क्वेश्चन नूं आपां किस तरह सॉल्व करांगे। ये अपने कोल एल्डिहाइड वाला प्रोटोन है, ये अपने कोल किहड़ा प्राइमरी है, ये किहड़ा ट्रिपल बॉन्ड नाल लग्गिया होया है, ये बेंजीन नाल रिंग नाल जुड़ा होया हैगा। ठीक है, सारियां दी वैल्यू लिखा मैं, और देखो एल्डिहाइड वाले दी कितनी आएगी 9 to 10 ppm, तो इसकी वैल्यू आएगी 9 to 10 ppm। ठीक है, ये जिहड़ा प्राइमरी इसकी कितनी आएगी 0.9। ठीक है, ट्रिपल बॉन्ड नाल सी जुड़ा होया है, इसकी आएगी अराउंड 2 ppm। तो बेंजीन रिंग नाल जुड़ा होएगा, इसकी वैल्यू कितनी आएगी 6.5 तो लेके 8.5 ppm। ठीक है, इस तरह आप जो अपने को वैल्यूज आइडिया होंगे तो आप डेल्टा शिफ्ट की वैल्यू कंपेयर कर सकते हैं। तो इसका करैक्ट आंसर किहड़ा बन जाएगा, सब तो ज़्यादा डेल्टा ए, फिर क्या आएगा डेल्टा डी, फिर डेल्टा बी, फिर डेल्टा सॉरी पहला डेल्टा आएगा अपने को सी, फिर क्या आएगा डेल्टा बी। तो इस तरह के क्वेश्चन पूछे जा सकते हैं, बट ये थोड़े हार्ड लैवल के क्वेश्चन ने। ठीक है, अज तक तो नहीं पूछे कदे भी थोड़े, ना ही मैरिटोरियस के अंदर ना ही मास्टर कैडर के अंदर, बट मैं फिर भी एक बार बेसिक आइडिया देता हूँ वैल्यूज का। पेपर के अंदर किस तरह क्वेश्चन आते हैं इस तरह के। हुण देखो जी कैमिकल शिफ्ट की वैल्यू होंगी डायरैक्टली प्रोपोर्शनल होंगी है डीशील्डिंग की। डीशील्डिंग का की मतलब होंगे गा, जिन्नी ज़्यादा इलैक्ट्रॉन डेंसिटी होगी, देखो सारे टाइप के सेम टाइप के हाइड्रोजन है अपने को, ठीक है, बट नाल ग्रुप डिफरेंट लगा हुआ है, फ्लोरीन क्लोरीन, ठीक है, ब्रोमीन आयोडीन, ठीक ग्रुप्स की लगे हुए डिफरेंट लगे हुए, जिहड़ा जिन्ना ज़्यादा इलैक्ट्रोनैगेटिव होएगा, जिहड़ा जिन्ना ज़्यादा इलैक्ट्रोनैगेटिव होएगा उन्नी डेल्टा की वैल्यू की कर देगा इंक्रीज कर देगा, मतलब डेल्टा ऑफ, ठीक है, जिसमें मैं ए बोलता डेल्टा बी, डेल्टा सी, डेल्टा डी। ठीक है, तो डेल्टा ऑफ ए हाईएस्ट होएगा, फिर डेल्टा बी, फिर डेल्टा सी, देन डेल्टा डी। मतलब जो सेम टाइप के प्रोटॉन्स को कंपेयर करिए, जिस तरह सारे सेम टाइप के प्रोटॉन्स ने अपने को, बस सिर्फ ग्रुप का डिफरेंस है। तो इस केस अपने की लिखना होगा केमिकल शिफ्ट इज डायरेक्टली प्रोपोर्शनल टू डीशील्डिंग, डायरेक्टली प्रोपोर्शनल टू इलैक्ट्रोनैगेटिव। ठीक है, ये वाला क्वेश्चन सेम इस टाइप का क्वेश्चन थोड़े मैरिटोरियस के एग्जाम आया सीगा। ठीक है, मैरिटोरियस के पेपर आया सीगा। ठीक है, तो पेपर के अंदर ईजी क्वेश्चन आते हैं, एक बार केमिकल शिफ्ट में पढ़ो। ठीक है, बट इंपॉर्टेंट फॉर्मूला केड़ा अपने को, ठीक है, ये वाला फॉर्मूला इंपॉर्टेंट है बस। ठीक है, जो ज़्यादा स्टूडेंट नहीं याद रखना चाहते वो की कंक्लूड कर सकते हैं अज के सैशन चो, मैं कंक्लूड कर देना अज का सैशन। ठीक है, की याद रखना, सब तो पहली गल, ठीक है, अब किहड़ा मॉलिक्यूल एनएमआर एक्टिव होएगा तो किहड़ा इनएक्टिव होएगा, इसका कंप्लीट आइडिया होना चाहिए। ठीक है, म्यू प्रोसेशनल फ्रीक्वेंसी का की फॉर्मूला होंगे अपने को गामा इंटू बी नॉट, जो आप लिख सकते हैं म्यू बी जी ई
B0 बाय H, ठीक है। ये वाला फॉर्मूला ज़्यादा होना चाहिए प्रोसेशनल फ्रिक्वेंसी का, ठीक है। उस तो बाद नंबर ऑफ सिग्नल्स कैलकुलेट करने चाहिए ने, नंबर ऑफ सिग्नल इज इक्वल टू नंबर ऑफ डिफरेंट टाइप्स ऑफ हाइड्रोजन, डिफरेंट टाइप्स ऑफ हाइड्रोजन, ठीक है। इसका आइडिया होना चाहिए। उस तो बाद कैमिकल शिफ्ट की पता होना चाहिए, सिंपल जो एक फॉर्मूला कैमिकल शिफ्ट का की पता होना चाहिए फॉर्मूला, ठीक है। डेल्टा इन ppm इज इक्वल टू डेल्टा इन हर्ट्स ओवर, ठीक है, म्यू प्रोसेशनल फ्रिक्वेंसी ऑफ इन मेगा हर्ट्स, ठीक है, जिस फ्रिक्वेंसी ते अपना NMR की मशीन वर्क कर रही है, ठीक है। उस तो बाद किहड़ा फॉर्मूला पता होना चाहिए थानू, ठीक। कैमिकल शिफ्ट का बेसिक कंपैरिजन होना चाहिए। कैमिकल शिफ्ट की जिहड़ी वैल्यू होंदी है डायरैक्टली प्रोपोर्शनल होंदी है इलैक्ट्रोनैगेटिविटी दे, प्रोवाइडेड आप सेम टाइप के प्रोटॉन्स नू कंपेयर कर रहे हैं, ठीक है। उस तो बाद एक आपने देखा जी डायस्टीरियोट्रॉपिक प्रोटॉन्स, डायस्टीरियोट्रॉपिक प्रोटॉन्स, ठीक है। इन्ने कॉन्सैप्ट की अज की क्लास च ध्यान रख लेना, तुसीं डेफिनेटली स्कोर कर पाओगे, ठीक है। बट जो मोस्टली क्वेश्चन आते हैं वो नैक्सट लैक्चर से आएंगे, ठीक है। उसकी पढ़ांगे आप स्प्लिटिंग ऑफ सिग्नल, स्प्लिटिंग ऑफ सिग्नल, ठीक, किस तरह सिग्नल स्प्लिट कर देने उससे आप पढ़ांगे N+1 रूल, ठीक है। उस तो बाद आप पढ़ांगे, ठीक है, स्पिन कॉन्स्टेंट की होंदा है जिसनों आप कपलिंग कॉन्स्टेंट बोल देने, कपलिंग कॉन्स्टेंट जी, तो कपलिंग कॉन्स्टेंट जी का भी आप थोड़ा बहुत आइडिया लवेंगे। उस तो बाद आप स्टार्ट करेंगे 13C NMR, ठीक। 13C NMR तो बहुत ईजी होंगे, तो पेपर अंदर बहुत ईजी क्वेश्चन आते हैं, ठीक है। अज का लैक्चर एक बार रिवाइज करो, जिन्होंने पहली बार समझ नहीं आता, ठीक है, 2 टाइम्स ट्राई करो, बिकॉज काफ़ी स्टूडेंट्स पहली बार NMR स्पेक्ट्रोस्कोपी स्टडी कर रहे हैं। थैंक यू फॉर वॉचिंग दिस वीडियो।